ਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਚੌਥਾ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕਲਤ ਮੋਹ ਬਿਖ ਹੈ, ਅੰਤ ਬੇਲੀ ਕੋਇ ਨਾ ਹੋਏ। ਰਹਾਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 41 ਔਰ 42 ਦੇ ਉੱਪਰ ਸਭਾਏਮਾਨ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸ਼ਬਦ ਵਿੱਚ ਜੋ ਰਹਾਉ ਵਾਲੀ ਪੰਕਤੀ, ਸ਼ਬਦ ਦਾ ਠਹਿਰਾਵ, ਸ਼ਬਦ ਦਾ ਕੇਂਦਰੀ ਭਾਵ, ਜਿਹਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਸਭਨਾਂ ਨੂੰ ਸਾਂਝੇ ਤੌਰ ਤੇ ਭਾਈ ਸ਼ਬਦ ਵਰਤਦਿਆਂ ਹੋਇਆਂ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਹੇ ਭਾਈ, ਮੈਂ ਜਿਸ ਗੱਲ ਨੂੰ ਸਮਝ ਲਿਆ ਉਸ ਗੱਲ ਨੂੰ ਹਰ ਇੱਕ ਮਨੁੱਖ ਸਮਝ ਲਵੇ, ਹਰ ਇੱਕ ਪ੍ਰਾਣੀ ਸਮਝ ਲਵੇ। ਹੁਣ ਜਿਹੜਾ ਸ਼ਬਦ ਗੁਰੂ ਰਾਮਦਾਸ ਜੀ ਨੇ ਵਰਤਿਆ ਭਾਈ, ਇੱਥੇ ਕੋਈ ਜਾਤ ਨਹੀਂ, ਕੋਈ ਬਰਾਦਰੀ ਨਹੀਂ, ਕੋਈ ਕਿਸੇ ਮੁਲਕ ਨਾਲ ਸੰਬੰਧ ਨਹੀਂ, ਕੋਈ ਗਰੀਬ ਨਹੀਂ, ਕੋਈ ਅਮੀਰ ਨਹੀਂ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ। ਇਹ ਸਭਨਾਂ ਲਈ ਸਾਂਝਾ ਸ਼ਬਦ ਹੈ ਭਾਈ, ਕਿਉਂਕਿ ਗੁਰਬਾਣੀ ਕਿਸੇ ਨਾਲ ਵੀ ਵਿਤਕਰਾ ਕਰਨਾ ਨਹੀਂ ਸਿਖਾਉਂਦੀ। ਗੁਰਬਾਣੀ ਸਾਡੇ ਮਨ ਦੇ ਵਿੱਚੋਂ ਵਿਤਕਰੇ ਜਿਹੜੇ ਨੇ ਇਹ ਮਿਟਾਉਂਦੀ ਹੈ। ਸਾਨੂੰ ਇਸ ਹੱਡ ਮਾਸ ਨਾੜੀ ਦੇ ਬਣੇ ਹੋਏ ਇਸ ਢਾਂਚੇ ਤੋਂ, ਇਹਦੇ ਮੋਹ ਵਿੱਚੋਂ ਦੀ ਕੱਢ ਕੇ ਸਾਨੂੰ ਆਤਮਿਕ ਤਲ ਤੇ ਨਿਰੰਕਾਰ ਨਾਲ ਜੋੜਦੀ ਹੈ। ਇਹ ਜਿੰਨੀਆਂ ਵੀ ਅਸੀਂ ਵੰਡੀਆਂ ਪਾ ਕੇ ਬੈਠੇ ਹਾਂ, ਇਹ ਸਰੀਰਕ ਢਾਂਚੇ ਕਰਕੇ ਹੈ। ਇਸ ਸਰੀਰਕ ਢਾਂਚੇ ਉੱਤੇ ਹੀ ਅਸੀਂ ਵੱਖ-ਵੱਖ ਮੋਹਰ ਲਾ ਦਿੱਤੀ ਤੇ ਮਨਾਂ ਵਿੱਚ ਵਿਤਕਰੇ ਬਣਾ ਕੇ ਤੇ ਨਫ਼ਰਤ ਅੰਦਰ ਪਾਲ ਕੇ ਬੈਠੇ ਹਾਂ। ਪਰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਸਾਨੂੰ ਸਮਝਾਇਆ ਸੀ, ਏਕ ਪਿਤਾ ਏਕਸ ਕੇ ਹਮ ਬਾਰਿਕ। ਸਾਡੇ ਸਾਰਿਆਂ ਦਾ ਪਰਮ ਪਿਤਾ ਪਰਮਾਤਮਾ ਇੱਕੋ ਹੀ ਹੈ। ਉਸ ਨਾਤੇ ਫਿਰ ਆਪਾਂ ਸਾਰੇ ਹੀ ਭਾਈ ਭਾਈ ਹਾਂ।
ਇੱਕ ਦਿਨ ਜ਼ਿਕਰ ਕੀਤਾ ਸੀ ਕਿ ਸਕੂਲ ਦੇ ਵਿੱਚ ਜੋ ਪੜ੍ਹਾਇਆ ਜਾਂਦਾ ਹੈ, ਸਮਾਜ ਦੇ ਵਿੱਚ ਉਹ ਵੇਖਣ ਨੂੰ ਨਹੀਂ ਮਿਲਦਾ। ਪੜ੍ਹਾਇਆ ਸਾਨੂੰ ਕੁਝ ਜਾ ਰਿਹਾ ਹੈ, ਪਰ ਸਮਾਜ ਦੇ ਵਿੱਚ ਦਿਖਾਇਆ ਕੁਝ ਜਾ ਰਿਹਾ ਹੈ। ਪੜ੍ਹਾਇਆ ਤੇ ਇਹ ਜਾ ਰਿਹਾ ਹੈ ਵੀ ਕੋਈ ਵੀ ਧਰਮ, ਕੋਈ ਵੀ ਮਜ਼ਹਬ ਸਾਨੂੰ ਨਫ਼ਰਤ ਕਰਨਾ ਨਹੀਂ ਸਿਖਾਉਂਦਾ, ਪਰ ਜਦੋਂ ਅਸੀਂ ਸਮਾਜ ਵਿੱਚ ਵਿਚਰਦੇ ਹਾਂ ਤੇ ਨਫ਼ਰਤ ਹੀ ਨਫ਼ਰਤ ਭਰੀ ਪਈ ਹੈ। ਦੂਜੇ ਪਾਸੇ ਸਾਨੂੰ ਸਿੱਖਿਆ ਦੇ ਕੇ ਸਮਾਜ ਵਿੱਚ ਲਿਆਂਦਾ, ਕਿਉਂਕਿ ਬੱਚੇ ਨੇ ਸ਼ੁਰੂਆਤ ਤਾਂ ਸਕੂਲ ਵਿੱਚੋਂ ਹੀ, ਕਾਲਜ ਵਿੱਚੋਂ ਕਰਨੀ ਹੈ, ਫਿਰ ਉਹਨੇ ਸਮਾਜ ਦੇ ਵਿੱਚ ਵਿਚਰਨਾ ਹੈ। ਪਰ ਸਿਖਾਇਆ ਕੁਝ ਗਿਆ ਤੇ ਸਮਾਜ ਦਾ ਮਾਹੌਲ ਕੁਝ ਹੋਰ ਬਣ ਗਿਆ। ਇੱਥੇ ਮਜ਼ਹਬ, ਧਰਮ ਦੇ ਨਾਮ ਤੇ ਨਫ਼ਰਤ ਹੀ ਨਫ਼ਰਤ। ਪਰ ਪੜ੍ਹਾਇਆ ਤਾਂ ਇਹ ਗਿਆ ਸੀ ਕਿ ਕੋਈ ਧਰਮ, ਕੋਈ ਮਜ਼ਹਬ ਨਫ਼ਰਤ ਕਰਨੀ ਨਹੀਂ ਸਿਖਾਉਂਦਾ, ਤੇ ਜੇ ਨਹੀਂ ਸਿਖਾਉਂਦਾ ਫਿਰ ਇਹ ਨਫ਼ਰਤ ਧਰਮ ਦੀ ਦੁਨੀਆ 'ਚ ਕਿੱਥੋਂ ਆ ਗਈ। ਗੁਰਬਾਣੀ ਅੰਦਰ ਇਹੀ ਖਾਸੀਅਤ, ਇਹ ਵਡਿਆਈ ਹੈ ਕਿ ਸਤਿਗੁਰੂ ਮਹਾਰਾਜ ਜੀ ਸਾਨੂੰ ਨਫ਼ਰਤ ਕਰਨੀ ਸਿਖਾਉਂਦੇ ਨਹੀਂ। ਧਰਮ ਜਾਤ ਦੇ ਨਾਮ ਤੇ ਵੱਖ-ਵੱਖ ਉਪਦੇਸ਼ ਨਹੀਂ ਦਿੱਤਾ ਜਾਂਦਾ, ਸਭਨਾਂ ਲਈ ਇੱਕੋ ਹੀ ਉਪਦੇਸ਼ ਹੈ, ਸਭਨਾਂ ਲਈ ਇੱਕੋ ਹੀ ਹੁਕਮ ਹੈ, ਸਭਨਾਂ ਲਈ ਇੱਕੋ ਹੀ ਆਵਾਜ਼ ਹੈ। ਗੁਰੂ ਸਾਹਿਬ ਜੀ ਦੇ, ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇੱਕੋ ਹੀ ਆਵਾਜ਼ ਸਭਨਾਂ ਲਈ ਹੈ। ਇਸ ਲਈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਭਾਈ ਰੇ, ਹੁਣ ਇਹਦੇ 'ਚ ਸਾਰੇ ਹੀ ਆ ਗਏ। ਇੱਥੇ ਕੋਈ ਵੱਡਾ, ਕੋਈ ਛੋਟਾ, ਕੋਈ ਗਰੀਬ, ਕੋਈ ਅਮੀਰ, ਕੋਈ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਬੋਧੀ, ਜੈਨੀ, ਜਿੰਨੇ ਵੀ ਅੱਜ ਵੰਡੀਆਂ ਪਾ ਕੇ ਬੈਠੇ ਆ, ਇੱਥੇ ਕਿਸੇ ਦਾ ਇੱਕ ਖਾਸ ਨਾਮ ਨਹੀਂ ਲਿਆ, ਸਭਨਾਂ ਨੂੰ ਕਹਿ ਰਹੇ ਆ ਭਾਈ ਰੇ। ਮੈਂ ਮੀਤ ਸਖਾ ਪ੍ਰਭ ਸੋਏ। ਮੈਂ ਇੱਕ ਗੱਲ ਜਾਣ ਲਈ ਗੁਰੂ ਨਾਨਕ ਸਾਹਿਬ ਦੇ ਘਰ ਆ ਕੇ, ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਆ ਕੇ, ਕਿ ਮੇਰਾ ਜਿਹੜਾ ਅਸਲ ਮੀਤ ਹੈ, ਅਸਲ ਮੇਰਾ ਜਿਹੜਾ ਸਖਾ ਹੈ, ਮੇਰਾ ਸਾਥ ਦੇਣ ਵਾਲਾ ਸਾਥੀ ਹੈ, ਪ੍ਰਭ ਸੋਏ, ਉਹ ਪਰਮੇਸ਼ਵਰ ਹੈ। ਠੀਕ ਹੈ, ਜਿਸ ਸਮਾਜ ਵਿੱਚ ਆਪਾਂ ਰਹਿੰਦੇ ਹਾਂ, ਇੱਥੇ ਸਾਡੇ ਰਿਸ਼ਤੇ ਵੀ ਇੱਕ ਦੂਜੇ ਨਾਲ ਸੰਬੰਧ ਵੀ ਨੇ, ਮਿੱਤਰ ਵੀ ਬਹੁਤ ਨੇ, ਸਾਡੇ ਸਾਥੀ ਦੋਸਤ ਵੀ ਬਹੁਤ ਨੇ, ਪਰ ਔੜਕ ਤੱਕ ਨਿਭਣ ਵਾਲਾ ਕੋਈ ਵੀ ਸਾਡਾ ਸਾਥੀ ਨਹੀਂ। ਭਾਵੇਂ ਉਹ ਪਰਿਵਾਰਕ ਮੈਂਬਰ ਹੋਵੇ ਤੇ ਭਾਵੇਂ ਕੋਈ ਸਖਾ ਸੰਬੰਧੀ ਹੋਵੇ, ਕੋਈ ਔੜਕ ਤੱਕ ਨਿਭਣ ਵਾਲਾ ਸਾਡਾ ਸਾਥੀ ਨਹੀਂ ਹੈ। ਸਰੀਰ ਜਿੰਨਾ ਚਿਰ ਚੱਲਦਾ ਹੈ ਉਨਾ ਚਿਰ ਸਾਥੀ ਬਹੁਤ ਨੇ, ਪਰ ਜਦੋਂ ਸਰੀਰਕ ਯਾਤਰਾ ਰੁਕ ਗਈ, ਆਤਮਿਕ ਤਲ ਤੇ ਸਾਡਾ ਕੋਈ ਸਾਥੀ ਨਹੀਂ। ਇਸੇ ਲਈ ਆਖਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿ ਜਿੱਥੇ ਜਾ ਕੇ ਸੰਗ ਸਖਾ ਸਭ ਤਜ ਗਏ, ਸਭ ਇੱਕ ਦਿਨ ਤਜ ਗਏ, ਛੱਡ ਗਏ। ਕਉ ਨ ਨਿਭਿਓ ਸਾਥ, ਕੋਈ ਉੱਥੇ ਨਿਭਣ ਵਾਲਾ ਸਾਥ ਸਾਥੀ ਨਹੀਂ ਮਿਲਣਾ। ਉਦੋਂ ਫਿਰ ਤੇਰੇ ਜੀਵਨ ਦੇ ਵਿੱਚ ਇੱਕ ਮੁਸ਼ਕਲ ਦੀ ਘੜੀ ਆਤਮਿਕ ਤਲ ਤੇ ਆਏਗੀ। ਇਸ ਲਈ ਉਸ ਮੁਸ਼ਕਲ ਦੀ ਘੜੀ ਤੋਂ ਬਚਣ ਲਈ ਅੱਜ ਸਾਨੂੰ ਪ੍ਰੇਰਦੇ ਨੇ ਕਿ ਤੂੰ ਟੇਕ ਉਸ ਦੀ ਲੈ ਜਿਹੜਾ ਤੇਰਾ ਔੜਕ ਤੱਕ ਸਾਥੀ ਬਣ ਜਾਏ, ਜਿਹਦਾ ਸਾਥ ਔੜਕ ਤੱਕ, ਜਿੰਨਾ ਚਿਰ ਤੂੰ ਮੁਕਾਮ ਤੇ ਨਹੀਂ ਪਹੁੰਚਦਾ, ਮੰਜ਼ਿਲ ਤੇ ਨਹੀਂ ਪਹੁੰਚਦਾ, ਉਹ ਸਾਥ ਤੇਰਾ ਕਦੇ ਵੀ ਜਿਹੜਾ ਤੇਰੇ ਤੋਂ ਸਾਥ ਛੱਡ ਕੇ ਜਾਵੇ ਹੀ ਨਾ, ਹਰ ਵੇਲੇ ਉਹਦਾ ਸਾਥ ਤੇਰੇ ਜੀਵਨ ਵਿੱਚ ਬਣਿਆ ਰਵੇ। ਉਹ ਹੈ ਪਰਮੇਸ਼ਵਰ। ਸੰਗ ਸਖਾ ਸਭ ਤਜ ਗਏ, ਕਉ ਨ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ, ਏਕ ਰਘੁਨਾਥ। ਸਤਿਗੁਰੂ ਮਹਾਰਾਜ ਜੀ ਬਾਣੀ ਵਿੱਚ ਸਮਝਾਉਂਦੇ ਨੇ,
ਸਭ ਕਹਿਣ ਲੱਗੇ ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ ਆਦ ਤੋਂ ਅੰਤ ਤੱਕ। ਸਰੀਰਕ ਤਲ ਤੇ ਵੀ ਸਾਥੀ ਸਾਨੂੰ ਜਿਹੜੇ ਆ ਉਹ ਬਹੁਤ ਮਿਲ ਜਾਣਗੇ, ਪਰ ਗੱਲ ਇੱਥੇ ਸਰੀਰ ਦੀ ਨਹੀਂ, ਗੱਲ ਇੱਥੇ ਆਤਮਿਕ ਤਲ ਦੀ ਹੈ। ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ ਜੈ ਮਾਰਗ ਇਹ ਜਾਤ ਅਕੇਲਾ, ਉੱਥੇ ਇਹਨਾਂ ਵਿੱਚੋਂ ਕੋਈ ਸੰਗੀ ਸਾਥੀ ਨਹੀਂ ਹੋਣਾ, ਉੱਥੇ ਪਰਮੇਸ਼ਵਰ ਦਾ ਸਾਥ ਮਿਲਣਾ, ਉਹ ਵੀ ਜੇ ਅਸੀਂ ਸਾਥ ਬਣਾਇਆ ਹੋਵੇਗਾ। ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ ਮੈਂ ਪ੍ਰਭੂ ਨੂੰ, ਪਰਮੇਸ਼ਵਰ ਨੂੰ ਆਪਣਾ ਮੀਤ, ਆਪਣਾ ਸਖਾ ਬਣਾ ਲਿਆ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕਲਤ ਮੋਹ ਬਿਖ ਹੈ, ਅੰਤ ਬੇਲੀ ਕੋਏ ਨਾ ਹੋਏ। ਅੰਤ ਨੂੰ ਇਹਨਾਂ ਵਿੱਚੋਂ ਕੋਈ ਵੀ ਬੇਲੀ ਨਹੀਂ, ਕੋਈ ਵੀ ਜਿਹੜਾ ਹੈ ਉਹ ਸਾਥ ਨਿਭਾਉਣ ਵਾਲਾ ਨਹੀਂ ਹੈ, ਭਾਵੇਂ ਉਹ ਪੁੱਤਰ ਹੈ, ਇਸਤਰੀ ਹੈ। ਇਹ ਇੱਕ ਮੋਹ ਹੈ, ਧਿਆਨ ਰੱਖਿਓ। ਇਹ ਨਹੀਂ ਕਿ ਅਸੀਂ ਆਪਣਾ ਪਰਿਵਾਰ ਛੱਡ ਦੇਣਾ, ਧੀਆਂ ਪੁੱਤਰ ਛੱਡ ਦੇਣੇ ਆ। ਗੁਰਮਤਿ ਸਾਨੂੰ ਇਸ ਮਾਰਗ ਤੇ ਨਹੀਂ ਤੋਰਦੀ। ਗੁਰੂ ਸਾਹਿਬ ਦੀ ਮੱਤ ਕਹਿੰਦੀ ਹੈ ਵੀ ਤੂੰ ਪਰਿਵਾਰ ਵਿੱਚ ਰਹਿ, ਆਪਣੇ ਸੰਗੀ ਸਾਥੀਆਂ ਦੇ ਵਿੱਚ ਰਹਿ, ਪਰ ਇਹਨਾਂ ਦੇ ਵਿੱਚ ਰਹਿ ਕੇ ਤੂੰ ਮੋਹ ਜਿਹੜਾ ਹੈ ਉਹ ਨਾ ਬਣਾ। ਪਿਆਰ ਹੋਣਾ ਹਰ ਇੱਕ ਨਾਲ ਚਾਹੀਦਾ ਹੈ, ਭਰਾ ਦਾ ਭਰਾ ਦੇ ਨਾਲ, ਬੱਚਿਆਂ ਦਾ ਮਾਪਿਆਂ ਨਾਲ, ਮਾਪਿਆਂ ਦਾ ਬੱਚਿਆਂ ਨਾਲ, ਭੈਣਾਂ ਭਰਾਵਾਂ ਦਾ, ਸਾਡੇ ਜਿੰਨੇ ਵੀ ਸੰਬੰਧ ਨੇ ਸਾਰਿਆਂ ਨਾਲ ਸਾਡਾ ਪਿਆਰ ਹੋਣਾ ਚਾਹੀਦਾ ਹੈ, ਪਰ ਉਹ ਪਿਆਰ ਕਿਤੇ ਮੋਹ ਨਾ ਬਣ ਜਾਏ। ਮੋਹ ਕੀ ਹੈ? ਜਦੋਂ ਮੋਹ ਬਣ ਗਿਆ ਫਿਰ ਅਸੀਂ ਜਿਸ ਮਾਰਗ ਤੇ ਤੁਰਨਾ ਉੱਥੇ ਸਾਨੂੰ ਤੁਰਨਾ ਔਖਾ ਹੋ ਜਾਏਗਾ। ਮੋਹ ਇੱਕ ਬੇੜੀ ਬਣ ਜਾਏਗਾ ਜੋ ਸਾਡੇ ਪੈਰ ਵਿੱਚ ਪੈ ਗਈ ਤੇ ਇਹਨੇ ਅੱਗੇ ਤੁਰਨ ਕੋਈ ਨਹੀਂ ਦੇਣਾ। ਔਰ ਮੋਹ ਇੱਕ ਚਿੱਕੜ ਹੈ, ਇੱਕ ਦਲਦਲ ਹੈ। ਮੋਹ ਦੇ ਵਿੱਚ ਫਸਿਆ ਹੋਇਆ ਪ੍ਰਾਣੀ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ। ਇਸ ਲਈ ਕਹਿੰਦੇ ਮੋਹ ਨਹੀਂ, ਪਿਆਰ ਹੋਣਾ ਚਾਹੀਦਾ ਹੈ। ਸਾਡੇ ਆਪਣੇ ਰਿਸ਼ਤਿਆਂ ਦੇ ਵਿੱਚ, ਸੰਬੰਧ ਵਿੱਚ ਪਿਆਰ ਹੋਣਾ ਚਾਹੀਦਾ ਹੈ। ਅੱਜ ਕੀ ਹੈ? ਅੱਜ ਸਾਡੇ ਕੋਲ ਸਭ ਕੁਝ ਹੈ, ਧਨ ਪਦਾਰਥ ਸਭ ਕੁਝ ਹੈ, ਪਰ ਸਾਡੇ ਦਿਲਾਂ ਵਿੱਚ ਆਪਸੀ ਪਿਆਰ ਨਹੀਂ। ਸਾਡਾ ਘਰ ਤੇ ਵੱਡਾ ਹੋ ਗਿਆ, ਘਰ ਦੇ ਵਿੱਚ ਜਿੰਨਾ ਘਰ ਵੱਡਾ ਹੋ ਗਿਆ ਉਨੇ ਰੂਮ ਵੱਖਰੇ ਵੱਖਰੇ ਹੋ ਗਏ। ਜਿੰਨੇ ਘਰ ਦੇ ਮੈਂਬਰ ਹੈ, ਜਿੰਨੇ ਘਰ ਦੇ ਜੀਅ ਨੇ, ਉਨੇ ਘਰ ਦੇ ਵਿੱਚ ਰੂਮ ਬਣ ਗਏ। ਇੱਕ ਘਰ ਰੂਮ ਵਿੱਚ ਇੱਕ ਜੀਅ ਰਹਿੰਦਾ ਹੈ ਤੇ ਸਾਰੇ ਹੀ ਆਪਾਂ ਇੱਕੋ ਹੀ ਘਰ ਵਿੱਚ ਵੰਡੇ ਗਏ। ਫਿਰ ਐਸਾ ਵੰਡੇ ਗਏ ਕਿ ਆਪਣੇ ਆਪਣੇ ਰੂਮ ਵਿੱਚ ਹੀ ਮਸਤ ਹਾਂ। ਕੋਈ ਆ ਰਿਹਾ, ਕੋਈ ਜਾ ਰਿਹਾ, ਕੋਈ ਦੁੱਖ ਸੁੱਖ ਇੱਕ ਦੂਜੇ ਦੇ ਨਾਲ ਸਾਂਝਾ ਕਰਨਾ, ਇਹ ਵੀ ਸਾਡੇ ਦਿਲਾਂ ਵਿੱਚੋਂ ਦੀ ਮੁੱਕ ਗਿਆ। ਸਿਰਫ ਇੱਕ ਧਨ, ਇੱਕ ਪਦਾਰਥ ਹੀ ਸਾਡੇ ਨਾਲ ਜੁੜ ਕੇ ਰਹਿ ਗਿਆ। ਸੰਬੰਧ ਤੇ ਨੇ, ਪਰ ਉਹਨਾਂ ਸੰਬੰਧ ਦੇ ਵਿੱਚ ਕੀ ਆ ਗਿਆ? ਇਹ ਮਾਇਆਵੀ ਰੰਗ ਆ ਗਿਆ, ਜਿਹਨੇ ਸਾਡੇ ਮਨਾਂ ਵਿੱਚ, ਦਿਲਾਂ ਵਿੱਚ ਜ਼ਹਿਰ ਘੁੱਲ ਕੇ ਰੱਖ ਦਿੱਤੀ। ਅਸੀਂ ਇੱਕ ਦੂਜੇ ਦੇ ਨਾਲ ਇੱਕ ਕੜੀ ਜੁੜਨੀ ਸੀ ਪਿਆਰ ਵਾਲੀ, ਪਰ ਉਹ ਕੀ ਹੋਇਆ? ਉਹਦੇ ਵਿੱਚ ਜ਼ਹਿਰ ਘੁੱਲ ਗਈ, ਉਹਦੇ ਵਿੱਚ ਖਟਾਸ ਪੈਦਾ ਹੋ ਗਈ। ਸਾਹਿਬ ਜੀ ਕਹਿੰਦੇ ਇਹ ਮੋਹ ਕੀ ਹੈ? ਮੋਹ ਇੱਕ ਬਿਖ। ਬਿਖ ਕੀ ਹੈ? ਜ਼ਹਿਰ। ਇਹ ਜ਼ਹਿਰ ਹੈ। ਇਸ ਲਈ ਅੰਤ ਬੇਲੀ ਕੋਏ ਨਾ ਹੋਏ, ਅੰਤ ਨੂੰ ਕੋਈ ਬੇਲੀ ਤੇਰਾ ਨਹੀਂ ਬਣਨਾ। ਤੂੰ ਪਰਮੇਸ਼ਵਰ ਦੇ ਨਾਮ ਦਾ ਆਸਰਾ ਲੈ, ਉਹੀ ਤੇਰਾ ਬੇਲੀ ਹੈ। ਤੂੰ ਮੋਹ ਦੇ ਵਿੱਚ ਪੈ ਕੇ ਪਾਪ ਕਮਾਉਣ ਲੱਗ ਪਿਆ। ਪਾਪ ਕਮਾਉਣ ਲੱਗਿਆਂ ਬੇਲੀ ਆਪਣੇ ਦੋ ਚਾਰ ਬਣਾ ਲਏ, ਇਹ ਮੇਰਾ ਸਾਥ ਦੇਣਗੇ। ਉਦੋਂ ਤਾਂ ਉਹਨਾਂ ਨੇ ਵੀ ਸਾਥ ਦੇ ਦਿੱਤਾ, ਪਰ ਜਿਹੜਾ ਤੂੰ ਪਾਪ ਕਮਾਇਆ ਉਹਦਾ ਜਦੋਂ ਲੇਖਾ ਹੋਣ ਲੱਗਾ ਤੇ ਕਿਸੇ ਬੇਲੀ ਨੇ ਤੇਰੀ ਉੱਥੇ ਮਦਦ ਨਹੀਂ ਕੀਤੀ, ਕਿਸੇ ਨੇ ਤੇਰੀ ਸਹਾਇਤਾ ਨਹੀਂ ਕੀਤੀ, ਕਿਸੇ ਨੇ ਤੇਰੀ ਬਾਂਹ ਨਹੀਂ ਪਕੜੀ ਵੀ ਪਾਪ ਕਮਾਉਣ ਲੱਗਿਆਂ ਅਸੀਂ ਤੇਰੇ ਨਾਲ ਸੀ, ਹੁਣ ਜਦੋਂ ਲੇਖਾ ਹੋਣ ਲੱਗਾ ਉਦੋਂ ਵੀ ਅਸੀਂ ਤੇਰੇ ਨਾਲ।
ਸਭ ਕਹਿੰਦੇ ਇਹ ਤਾਂ ਇਵੇਂ ਗੱਲਾਂ ਹੀ ਨਹੀਂ ਨਿਰੀਆਂ ਵੀ ਅਸੀਂ ਤੇਰੇ ਨਾਲ ਹਰ ਵੇਲੇ ਹਾਂ, ਪਾਪ ਕਮਾਵੰਦਿਆਂ ਤੇਰਾ ਕੋਈ ਨਾ ਬੇਲੀ ਰਾਮ। ਪਾਪ ਕਮਾਉਣ ਵਾਲਿਆ ਤੇਰਾ ਕੋਈ ਬੇਲੀ ਨਹੀਂ ਹੈ। ਐਵੇਂ ਕਿਸੇ ਭਰਮ ਦੇ ਵਿੱਚ ਰਹਿ ਕਿ ਤੂੰ ਪਾਪ ਨਾ ਕਮਾ। ਇਹ ਜਿਹੜੇ ਸੰਗੀ ਸਾਥੀ ਤੇਰੇ ਨਾਲ ਨੇ ਇਹ ਤੈਨੂੰ ਹੱਲਾ ਸ਼ੇਰੀ ਦੇਣਗੇ, ਤੇਰੇ ਤੋਂ ਪਾਪ ਕਰਵਾ ਕੇ ਆਪ ਪਾਸੇ ਹੋ ਜਾਣਗੇ। ਕਿਉਂਕਿ ਜਿਹੜੇ ਤੇਰੇ ਨਾਲ ਦੋ ਚਾਰ ਜਾਣੇ ਨੇ ਇਹ ਹੱਲਾ ਸ਼ੇਰੀ ਦੇਣਗੇ, ਇਹਨਾਂ ਦਾ ਕੰਮ ਇੰਨਾ ਹੀ ਹੈ। ਇਹਨਾਂ ਨੇ ਤੈਨੂੰ ਇੰਨਾ ਹੱਲਾ ਸ਼ੇਰੀ ਦੇ ਕੇ ਇੰਨਾ ਤੇਰੇ ਅੰਦਰ ਜੋਸ਼ ਭਰ ਦੇਣਾ ਕਿ ਤੂੰ ਪਾਪ ਕਮਾਉਣ ਲਈ ਤਿਆਰ ਹੋ ਜਾਣਾ। ਤੇ ਜਦੋਂ ਪਾਪ ਕਮਾ ਲੈਣਾ ਇਹ ਜਿਹੜੇ ਹੱਲਾ ਸ਼ੇਰੀ ਦੇਣ ਵਾਲੇ ਉਦੋਂ ਲੱਭਣੇ ਕੋਈ ਨਹੀਂ। ਇਸ ਲਈ ਮਹਾਰਾਜ ਜੀ ਕਹਿੰਦੇ ਮੈਂ ਤੇ ਆਪਣਾ ਮੀਤ ਸਖਾ ਉਹ ਬਣਾ ਲਿਆ ਜਿਹੜਾ ਮੈਨੂੰ ਪਾਪ ਦੇ ਰਸਤੇ ਜਾਣ ਹੀ ਨਹੀਂ ਦਿੰਦਾ, ਜਿਹੜਾ ਮੈਨੂੰ ਇਹ ਮੋਹ ਜਿਹੜਾ ਇਹ ਮੋਹ ਦੀ ਜ਼ਹਿਰ ਮੇਰੇ ਅੰਦਰ ਬਣਨ ਹੀ ਨਹੀਂ ਦਿੰਦਾ, ਜਿਹੜਾ ਮੈਨੂੰ ਸੱਚੀ ਪ੍ਰੀਤ ਦੇ ਨਾਲ ਜੋੜ ਕੇ ਰੱਖਦਾ ਹੈ, ਇੱਕ ਪ੍ਰੇਮ ਨਾਲ ਜੋੜ ਕੇ ਰੱਖਦਾ ਹੈ, ਜਿਹੜਾ ਮੇਰੇ ਅੰਦਰ ਨਫ਼ਰਤ ਪੈਦਾ ਹੋਣੀ ਨਹੀਂ ਦਿੰਦਾ, ਈਰਖਾ ਪੈਦਾ ਹੋਣੀ ਨਹੀਂ ਦਿੰਦਾ, ਮਾੜੇ ਪਾਸੇ ਜਾਣੀ ਨਹੀਂ ਦਿੰਦਾ, ਮਾੜੀ ਸੰਗਤ ਕਰਨੀ ਨਹੀਂ ਦਿੰਦਾ, ਮਾੜੀ ਸੋਚ ਅੰਦਰ ਬਣਨ ਹੀ ਨਹੀਂ ਦਿੰਦਾ। ਮੈਂ ਤੇ ਉਹ ਮੀਤ ਉਹ ਸਖਾ ਬਣਾ ਲਿਆ। ਤੇ ਅਸਲ ਵਿੱਚ ਮਿੱਤਰ ਹੁੰਦਾ ਵੀ ਉਹੀ ਹੈ ਜਿਹੜਾ ਆਪਣੇ ਮਿੱਤਰ ਨੂੰ ਮਾੜੇ ਪਾਸੇ ਨਾ ਜਾਣ ਦੇਵੇ, ਮਾੜਾ ਕਰਮ ਨਾ ਕਰਨ ਦੇਵੇ, ਉਹ ਹੁੰਦਾ ਸੱਚਾ ਮਿੱਤਰ। ਤੇ ਜਿਹੜਾ ਮਿੱਤਰ ਮਾੜਾ ਕਰਮ ਕਰ ਰਿਹਾ ਹੈ ਤੇ ਉਹ ਉਹਨੂੰ ਹੋਰ ਕਹਿੰਦੇ ਹੱਲਾ ਸ਼ੇਰੀ ਦੇ ਰਿਹਾ, ਉਹ ਮਿੱਤਰ ਨਹੀਂ ਦੁਸ਼ਮਣ ਹੈ ਉਹਦਾ। ਸੱਚਾ ਮਿੱਤਰ ਉਹ ਹੁੰਦਾ ਜੋ ਆਪਣੇ ਮਿੱਤਰ ਨੂੰ ਹਰ ਮਾੜੇ ਰਸਤੇ ਤੋਂ ਮਾੜੀ ਹਰਕਤ ਤੋਂ ਬਚਾ ਕੇ ਰੱਖੇ, ਸੁਚੇਤ ਕਰਕੇ ਰੱਖੇ। ਖੈਰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਭਾਈ ਰੇ ਸਭਨਾਂ ਨੂੰ ਸਾਂਝੀ ਆਵਾਜ਼ ਦੇ ਕੇ ਮੈਂ ਗੁਰੂ ਰਾਮਦਾਸ ਜੀ ਮੈਂ ਮੀਤ ਸਖਾ ਪ੍ਰਭ ਸੋਏ। ਸੋਏ ਮੈਨੇ ਉਹ ਪਰਮੇਸ਼ਵਰ ਨੂੰ ਮੀਤ ਸਖਾ ਬਣਾ ਲਿਆ। ਪੁੱਤ ਕਲਤ ਮੋਹ ਬਿਖ ਹੈ। ਇਹ ਜਿਹੜਾ ਸੰਸਾਰਕ ਪਰਿਵਾਰਕ ਜਿਹੜਾ ਪਿਆਰ ਸੀ ਇਹ ਪਿਆਰ ਨਹੀਂ ਮੋਹ ਬਣ ਗਿਆ। ਮੋਹ ਇੱਕ ਜ਼ਹਿਰ ਹੈ ਔਰ ਇਸ ਜ਼ਹਿਰ ਦੇ ਵਿੱਚ ਪਿਆ ਹੋਇਆ ਇਹ ਸਮਝ ਨਹੀਂ ਆਏਗੀ ਕਿ ਅੰਤ ਬੇਲੀ ਕੋਏ ਨਾ ਹੋਏ। ਇਹਦੇ ਵਿੱਚੋਂ ਦੀ ਨਿਕਲ ਕੇ ਸਮਝ ਆਏਗੀ ਕਿ ਅੰਤ ਨੂੰ ਕੋਈ ਕਿਸੇ ਦਾ ਬੇਲੀ ਸਾਥੀ ਨਹੀਂ ਹੈ। ਜੀਵ ਆਤਮਾ ਕਰਕੇ ਜੇ ਕਿਸੇ ਨੇ ਸਾਡਾ ਸਾਥੀ ਬਣਨਾ ਉਹ ਪਰਮੇਸ਼ਵਰ ਨੇ ਬਣਨਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਣਨਾ। ਇਸ ਲਈ ਆਪਣਾ ਬੇਲੀ ਆਪਣਾ ਸਾਥੀ ਪਰਮੇਸ਼ਵਰ ਨੂੰ ਹੀ ਬਣਾਉਣਾ ਚਾਹੀਦਾ ਹੈ। ਦਿਨਸ ਚੜੈ ਫਿਰ ਅਥ ਵੈ ਰੈਣ ਸਬਾਈ ਜਾਏ। ਆਵ ਘਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਟੁਕਾਏ। ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮਾਖੀ ਪਚੈ ਪਚਾਏ। ਆਪਣੀ ਗੱਲ ਰਹਾਉ ਵਾਲੀ ਪੰਕਤੀ ਵਿੱਚ ਗੁਰੂ ਰਾਮਦਾਸ ਜੀ ਕਰਦਿਆਂ ਹੋਇਆਂ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਫਿਰ ਗੱਲ ਦੁਨੀਆ ਦੀ ਕਰਦੇ ਆ ਵੀ ਦੁਨੀਆ ਵਿੱਚ ਜਿਹੜੇ ਇਹ ਮਨੁੱਖ ਨੇ ਇਹਨਾਂ ਦੀ ਹਾਲਤ ਕਿੱਦਾਂ ਦੀ ਹੈ। ਇਹ ਆਪਣਾ ਜ਼ਿੰਦਗੀ ਦਾ ਸਮਾਂ ਅਜਾਈ ਹੀ ਗਵਾ ਰਹੇ ਨੇ ਕਿਉਂਕਿ ਇਹਨਾਂ ਨੂੰ ਹਜੇ ਆਪਣੇ ਆਪੇ ਦੀ ਸੋਝੀ ਨਹੀਂ ਹੈ। ਇਹਨਾਂ ਨੂੰ ਨਿਰੰਕਾਰ ਦੀ ਸਮਝ ਕਿੱਥੋਂ ਆਏਗੀ। ਪਲ ਪਲ ਜ਼ਿੰਦਗੀ ਦਾ ਸਮਾਂ ਘਟ ਰਿਹਾ ਹੈ। ਪਲ ਪਲ ਅਸੀਂ ਘਟਦੇ ਹੋਏ ਸਮੇਂ ਵੱਲ ਜਾ ਰਹੇ ਹਾਂ। ਬਾਹਰੋਂ ਤਾਂ ਇਦਾਂ ਲੱਗਦਾ ਜਿਵੇਂ ਸਮਾਂ ਵੱਧ ਗਿਆ, ਬਾਹਰੋਂ ਤੇ ਇਹੀ ਲੱਗੇਗਾ ਨਾ ਵੀ ਸਵੇਰ ਹੋ ਗਈ, ਦੁਪਹਿਰ ਹੋ ਗਈ, ਸ਼ਾਮ ਹੋ ਗਈ, ਬੜਾ ਸਮਾਂ ਲੰਘ ਗਿਆ। ਇੱਕ ਦਿਨ ਹੋ ਗਿਆ, 2 ਦਿਨ ਹੋ ਗਏ, 10 ਦਿਨ, 20 ਦਿਨ, 30 ਦਿਨ, ਮਹੀਨਾ ਲੰਘ ਗਿਆ, ਫਿਰ 12 ਮਹੀਨੇ ਲੰਘ ਗਏ, ਸਾਲ ਲੰਘ ਗਿਆ। ਅਸੀਂ ਇੱਕ ਦਿਨ ਤੋਂ 20 ਸਾਲ ਤੱਕ ਪਹੁੰਚ ਗਏ, 20 ਤੋਂ 50 ਸਾਲ, 50 ਤੋਂ 70 ਸਾਲ ਤੱਕ ਪਹੁੰਚ ਗਏ।
पर ये तो देखिया ही नहीं 70 साल दे विच सफ़र कितना घट गया। 70 साल की उम्र विच जाके जिंदगी का समा कितना घट गया, सवास किन्ने घट गए। एक मां नूं भी अपने बच्चे प्रति यही भरम हुंदा है। असीं मरण दिन कदे चेते नहीं रखिया, जदों भी रखिया जन्म दिन ही चेते रखिया, क्योंकि असीं बाहरली दुनिया विच जिउण वाले ये देख रहे हैं भी दिन वध गया, दिन जिहड़े ने वो वध गया, समा वध गया, साल वध गए। जननी जानत सुत वड्डा होत है। जननी भी खुश हुंदी है भी मेरा बच्चा वड्डा हो रहा, वड्डा हो रहा, पर वो ये नहीं जानती कि दिन दिन अवध घटत है। ये दिन दिन करके घट रहा है, वध नहीं रहा। पर असीं बाहर दा जीवन देख के खुश हो रहे हैं भी ये वध गया, पर अंदरला जीवन ते घट रहा है। फिर समाज की हालत नूं बयान करदिआं गुरु रामदास जी कहंदे ने, दिनस चढ़ै फिर आथवै रैण सबाई जाए। दिन चढ़ गया, अज दा ही आपां समा लै लईए, आ हुण दिन चढ़ गया, फिर समा बतीत होना, आथवै आथण शाम दा वेला हो जाना। सूरज चढ़िया फिर सूरज शाम नूं छिप जाना। दिन आया सी चला गया, फिर रात आ जानी है। जे दिन नहीं टिकिया तो रात कित्थों टिकेगी, फिर रात भी चली जाएगी, फिर दिन आ जाएगा। भगत जना ने भी सानू गुरबाणी दे राही ये गल समझाई। जदों असीं भगत रविदास जी दे अमृतमई बचन पढ़ते हैं, वो कहते जो दिन आवह सो दिन जाही, करना कूच रहन थिर नाही, संग चलत है हम भी चलना, दूर गवन सिर ऊपर मरना। हे बंदिया, जो दिन आवै सो दिन जाही, जिहड़ा आया वो चले जाना है। और ये संसार दे विच असीं भी आए हैं, एक दिन चले जाना है। जो आया सो चल सी सब कोई आई वारी है। ये एक दिन एक बंदे दी कहानी नहीं है, ये पूरी दुनिया विच हर एक प्राणी वास्ते है कि जिहड़ा आया उन्हें एक दिन चलना, और असीं चलण वाले पासे ही चल रहे हैं। पर ऐसा है कि असीं हजे अपने मुकाम ते नहीं पहुंचे, जां हजे दूर बड़ी है जिथे पहुंचना है, ते मौत हर वेले सिर ते खलोती है। पता कोई नहीं कदों उस मालिक दा हुक्म आया, साडे नाम दी चिट्ठी निकल गई, क्योंकि नाम ते असीं पहले ही लिखाए हुए ने, मरण लिखाए मंडल में आए। बस चिट्ठियां निकलनियां ही ने। जदों उहदे हुक्म दे विच चिट्ठी निकल गई ते वो कोई रोक भी नहीं सकदा। जिवें आप समा सी, अज ते चलो बहुत घट है ना, अज इंटरनेट दा समा है। अज साडियां चिट्ठियां मैसेज दे रूप विच मिंटां सकिंटां विच किते किते पहुंच जांदियां। पर एक समा सी जदों चिट्ठियां दे सहारे ही आपां चलदे सां। डाकिया जदों घर चिट्ठी लैके आवे, असीं घर नहीं हुंदे ते ओह गुआंढियां नूं पकड़ा दिंदा, जां ओह कहंदा भी कोई नहीं अज इस घर विच नहीं, कल नूं मैं फिर दोबारा आ जांगा। पर जिहड़ी चिट्ठी उत्थों निकलनी है वह कल ते नहीं पैनी। जिहड़ी चिट्ठी मालिक दे हुक्म विचों जिहदे नाम दी निकलनी है वह गवांढियां नूं भी नहीं पकड़ाई जानी। वो जिथे वो चिट्ठी ने पहुंचना है, सानू मालिक ने उत्थे समय विच खिच के ले आउणा है। जिथे मौत दी चिट्ठी दा समा निश्चित है ना, बंदे नूं खिच के उत्थे ले आउणा है। कोई ना कोई विध, कोई ना कोई बहाना ऐसा बन जाना है कि असीं बदो बदी खिचे हुए वो थां ते पहुंच जाना है। ते कई बार आपां ये कहने आ, जे पता हुंदा भी ये घटना वापरनी सी, मैं उस पासे जांदा ही ना। फिर असीं यही गल्लां बाद विच करदे हां, पर जांदे किवें ना, क्योंकि जेहा चीरी लिखिया तेहा हुक्म कमाए, घल्ले आवे नानका सदे उठी जाए।
समझा रहे ने गुरबाणी दे अंदर कि जो दिन आवे सो दिन जाही, करना कूच रहन थिर नाही। कोई थिर रहन नहीं आया, एक दिन कूच करना पैना है। पर ये देखना भी दूर गवन, साडा जिहड़ा गवन है जाना बड़ी दूर है। सिर ऊपर मरना, मौत सिर ते खड़ी है। अज असीं किसे दे नाल जा रहे हैं, कल नूं साडे नाल कोई यही दुनिया दी खेड है। अज असीं किसे दे नाल गए हैं, वेखो बंदा चलिया चौं जणियां दे कन, पर कल नूं हो सकदा भी साडे नाल दुनिया उस पासे नूं तुर पए। गुरु रामदास महाराज जी कहंदे ने, देखो दिनस चढ़ै फिर आथ वै। दिन चढ़िया सी, फिर आथन शाम का समा हो गया, फिर रात आ गई। रैन सबाई जाए, फिर रात भी सारी चली जानी है। आव घटै दिन, जिहड़ी साडी जिंदगी का समा, उम्र का समा घटदा जा रहा है। नर न बूझै, पर यह मनुख मन दे तल ते जीउण वाला नहीं समझ रहा। नित मूसा लाज टुकाए, नित जिहड़ा मूसा मौत रूपी चूहा, जिहड़ी साडी सुआसां रूपी रस्सी है, उहनूं टुक रहा नित नित। पर सानूं समझ ही कोई नहीं आ रही कि जदों रस्सी टुट गई तो कनैक्शन कटिया जाना है। जदों ये टुक लई ना मौत रूपी चूहा, रोज टुक रहा, थोड़ा थोड़ा करके रोज टुक रहा है। भाव पल पल करके साडी जिंदगी का समा घट रहा है। पर पता क्यों नहीं लग रहा? गुड़ मीठा माया पसरिया। गुड़ मिठा हुंदा ना, ते गुड़ की है? माया। माया एक गुड़ है, मिठी बड़ी लगती है। आ संसार मिठा बड़ा लगता है, इन्ना मिठा लगता है संसार, इन्ना परिवार का मोह मिठा लगता है कि परमेश्वर का नाम भी चंगा नहीं लगता, बंदगी करनी भी चंगी नहीं लगती। गुरु साहब तो होका दे रहे हैं, कर बंदे तू बंदगी जिचर घट मैं सा। क्यों नहीं समझ आ रही इस गल दी? क्योंकि हजे मोह मिठा लग रहा है। मोह माया का ये मोह बनया होया, ये स्वाद लग रहा है। जदों कोई चीज़ सानू स्वाद लगेगी, ध्यान होर पासे जाएगा ही नहीं, होर पासे ध्यान जाएगा ही नहीं। कदों जाएगा? जां ते वो स्वाद वाली चीज़ छड्डनी पेगी, जां मुक जाए तां ध्यान जाएगा। साहब कहंदे आ गुड़ मिठा है, ये की है? माया पसरिया। जिवें गुड़ जिहड़ा पिल्ला होवे ना, ढिला होवे ते वो पसर जांदा है, इसे तरह कहंदे गुड़ जिहड़ा माया दे रूप विच है, ये पसरिया होया है। ते उहदे विच की है? मन मुख लग माखी पचै पचाए। मक्खी जिहड़ा पिल पिला करदा होवे, ढिला होवे गुड़, उहदे उत्ते आके जे मक्खी बह जाए, वो बह तां जांदी है स्वाद स्वाद विच, मुड़ के जदों उठना होवे ते पैर उहदे विच ही धस जांदे आ। इहनूं कहंदे मोह। महाराज कहंदे यही तेरे वास्ते दलदल बन गई। पंकज मोह पग नहीं चाले, हम देखा तै डूबी अले। हुण ये गुड़ जिहड़ा सी माया दे रूप विच पसरिया होया, ते मनमुख, मन की है? मक्खी। जिहड़ी मन रूपी मक्खी सी, पचै पचाए, वो इहदे विच ही गलतान हो रही। मनमुख इसे विच ही गलतान हो रहा है। उन्होंने ये गल समझ नहीं आ रही कि आप घटै नर ना बूझै। मेरी पल पल करके जिंदगी का समा घट रहा है, ते मैं हजे स्वादां विच ही पिया होया, मैं हजे माया दे मोह दी दलदल विच ही फसिया पिया। ये इस तरह एक कहानी भी इहदे ते बनाई गई है। कहंदे कोई जा रहा सी, दौड़िया दौड़िया अगे खूह विच डिग्गा, ते खूह विच डिगदियां डिगदियां वो जिहड़ी रस्सी सी ना लमकदी, उहनूं हथ पै गया, ते वो रस्सी दे नाल लमकदा सी। कहंदे जिहड़ी रस्सी नाल खूह विच लमकदा सी ना, उसे उपर एक रुख सी, उत्थे सी मखियाल, जिहदे विचों ओहदा मखियाल दा जिहड़ा छत्ता, कहंदे उहदे विचों शहद टपक रहा सी। जदों ये रस्सी खूह विच लमकिया होया, रस्सी पकड़ के
ਉੱਤੋਂ ਜਦੋਂ ਸ਼ਹਿਦ ਟਪਕਿਆ ਇਹਦੇ ਮੁਖ ਵਿੱਚ ਆ ਕੇ ਪਿਆ, ਸਵਾਦ ਬੜਾ ਲੱਗਾ। ਕਹਿੰਦੇ ਬਸ ਧਿਆਨ ਉਸ ਮਿੱਠੇ ਵੱਲ ਚਲਾ ਗਿਆ। ਇੰਨਾ ਧਿਆਨ ਚਲਾ ਗਿਆ ਵੀ ਇਹ ਵੀ ਭੁੱਲ ਗਿਆ ਮੈਂ ਖੂਹ ਵਿੱਚ ਲਟਕਦਾ ਤੇ ਰੱਸੀ ਪਕੜ ਕੇ ਖਲੋਤਾ ਤੇ ਉਹ ਰੱਸੀ ਨੂੰ ਚੂਹਾ ਟੁੱਕ ਰਿਹਾ। ਹੁਣ ਧਿਆਨ ਚੂਹੇ ਵੱਲ ਵੀ ਨਹੀਂ, ਧਿਆਨ ਰੱਸੀ ਵੱਲ ਵੀ ਨਹੀਂ, ਧਿਆਨ ਖੂਹ ਵਿੱਚ ਲਮਕਣ ਵਾਲੇ ਪਾਸੇ ਵੀ ਨਹੀਂ। ਧਿਆਨ ਸਿਰਫ ਉਹ ਸੀ ਜਿਹੜਾ ਉਹ ਸ਼ਹਿਦ ਮਿੱਠਾ ਇਹਨੂੰ ਸਵਾਦ ਦੇ ਰਿਹਾ ਸੀ। ਬਸ ਉਸੇ ਸਵਾਦ ਵਿੱਚ ਗਲਤਾਨ ਹੋਇਆ। ਇਹ ਭੁੱਲ ਗਿਆ ਕਿ ਜਿਹੜਾ ਚੂਹਾ ਰੱਸੀ ਟੁੱਕ ਰਿਹਾ ਨਾ ਉਹ ਇੱਕ ਦਿਨ ਟੁੱਟ ਗਈ ਤੇ ਆ ਕੇ ਖੂਹ ਵਿੱਚ ਡਿੱਗ ਜਾਣਾ ਹੈ। ਇਹ ਹਾਲਤ ਹੈ ਮਨਮੁਖ ਦੀ। ਮੌਤ ਰੂਪੀ ਚੂਹਾ ਸਾਡੇ ਇਸ ਸਵਾਸਾਂ ਰੂਪੀ ਰੱਸੀ ਨੂੰ ਟੁੱਕ ਰਿਹਾ ਹੈ ਤੇ ਅਸੀਂ ਕਹਿੰਦੇ ਆ ਜਿਹੜਾ ਮਾਇਆ ਜਿਹੜੀ ਮਿੱਠੀ ਹੈ, ਇਹ ਸ਼ਹਿਦ ਵਰਗੀ ਹੈ, ਇਹ ਗੁੜ ਵਰਗੀ ਹੈ। ਸਾਡਾ ਮਨ ਇਹਦੇ ਵਿੱਚ ਧਸਿਆ ਪਿਆ, ਇਹਦੇ ਵਿੱਚ ਲੀਨ ਹੋਇਆ ਪਿਆ, ਜੁੜਿਆ ਪਿਆ। ਇਸ ਲਈ ਕਹਿ ਰਹੇ ਆ ਵੀ ਜੇ ਤੂੰ ਇਹਦੇ ਵਿੱਚੋਂ ਦੀ ਨਿਕਲਣਾ ਹੈ ਤਾਂ ਤੂੰ ਸਖਾ ਆਪਣਾ ਪਰਮੇਸ਼ਵਰ ਨੂੰ ਬਣਾ। ਜੇ ਮਾਇਆ ਦੇ ਮੋਹ ਵਿੱਚੋਂ ਕੋਈ ਕੱਢ ਸਕਦਾ ਹੈ ਤੇ ਉਹ ਪਰਮੇਸ਼ਵਰ ਦਾ ਨਾਮ ਹੈ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾ, ਤਾਂ ਇਸ ਮਾਇਆ ਦੇ ਮੋਹ ਚੋਂ ਨਿਕਲ ਸਕਦਾ ਹੈ। ਨਹੀਂ ਤੇ ਫਿਰ ਮੌਤ ਰੂਪੀ ਚੂਹੇ ਨੇ ਤੇ ਰੱਸੀ ਟੋਕੀ ਦੇਣੀ ਹੈ। ਫਿਰ ਜੋ ਆਇਆ ਸੋ ਚਲਸੀ ਵਾਲੀ ਖੇਡ ਤਾਂ ਇੱਕ ਦਿਨ ਬਣੀ ਜਾਣੀ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋਂ ਆਜ ਕਹਿ ਕਾਲ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਅਸੀਂ ਗੁਣ ਕਿਉਂ ਗਾਉਣੇ ਆ? ਕਿਉਂਕਿ ਇਹ ਜੰਜਾਲ ਵਿੱਚੋਂ ਛੁਟਕਾਰਾ ਤਾਂ ਹੀ ਹੋਣਾ, ਉੱਦਾਂ ਹੋਣਾ ਕੋਈ ਨਹੀਂ। ਜਿਹੜਾ ਮਾਇਆ ਦਾ ਮੋਹ ਹੈ ਇਹਦੇ ਵਿੱਚੋਂ ਦੀ ਗੁਰਮੁਖ ਹੀ ਨਿਕਲ ਸਕਦਾ ਹੈ, ਮਨਮੁਖ ਨਹੀਂ ਨਿਕਲ ਸਕਦਾ। ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਜਿਹਨੇ ਸੱਚੇ ਨਾਮ ਨਾਲ ਚਿੱਤ ਲਾਇਆ ਉਹ ਤਾਂ ਬਚ ਗਿਆ, ਪਰ ਜਿਹਨੇ ਨਹੀਂ ਲਾਇਆ ਉਹ ਇਸ ਮਿਠਾਸ ਵਿੱਚ ਹੀ ਗਲਤਾਨ ਹੋ ਗਿਆ। ਇਸ ਲਈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਮੈਂ ਤਾਂ ਬਣਾ ਲਿਆ ਸਖਾ। ਹੁਣ ਤੁਸੀਂ ਦੇਖੋ ਆਪਣੀ ਜ਼ਿੰਦਗੀ ਅੰਦਰ ਝਾਤ ਮਾਰ ਕੇ। ਜਾਂ ਇਹਦੇ ਅਰਥ ਆਪਾਂ ਇਹ ਵੀ ਕਰ ਲਈਏ, ਦਿਨਸ ਚੜ੍ਹੈ। ਦਿਨਸ ਦਿਨ ਚਿੱਟਾ ਹੁੰਦਾ ਹੈ, ਰਾਤ ਰੈਣ ਸੁਭਾਈ ਜਾਏ। ਰੈਣ ਰਾਤ ਕਾਲੀ ਹੁੰਦੀ ਹੈ, ਰਾਤ ਹੈ ਇਹ ਜੋਬਨ। ਆ ਜਿਹੜੇ ਸਾਡੇ ਕਾਲੇ ਨੇ ਨਾ ਇਹ ਜੋਬਨ ਹੈ। ਇੱਕ ਦਿਨ ਇਹ ਕਾਲੇ ਤੋਂ ਚਿੱਟੇ ਹੋ ਜਾਣੇ ਆ ਤਾਂ ਕੀ ਹੋਣਾ? ਦਿਨ ਚੜ ਜਾਣਾ। ਕਹਿੰਦੇ ਧਿਆਨ ਰੱਖੀ ਆ ਜਿਹੜਾ ਦਿਨ ਚੜਿਆ ਨਾ ਭਾਵ ਬੜੇਪਾ ਆਇਆ, ਇਹਨੇ ਆਥਵੈ ਇੱਕ ਦਿਨ ਮੁੱਕ ਜਾਣਾ, ਇਹ ਡੁੱਬ ਜਾਣਾ, ਇੱਕ ਦਿਨ ਮੁੱਕ ਜਾਣਾ। ਸੂਰਜ ਚੜਿਆ ਤੇ ਡੁੱਬ ਗਿਆ, ਸੂਰਜ ਚੜਿਆ ਤੇ ਛੁਪ ਗਿਆ। ਕਹਿੰਦੇ ਇੱਕ ਦਿਨ ਬੜੇਪਾ ਵੀ ਚਲਾ ਜਾਣਾ। ਰੈਣ ਸੁਭਾਈ ਜਾਏ, ਤਾਂ ਜਿਹੜੀ ਤੇਰੀ ਜਵਾਨੀ ਵਾਲੇ ਦਿਨ ਨੇ ਇਹ ਵੀ ਸਾਰੇ ਚਲੇ ਜਾਣੇ ਆ। ਇਹ ਵੀ ਨਹੀਂ ਰਹਿਣੇ, ਨਾ ਜੋਬਨ ਰਹਿਣਾ ਤੇ ਨਾ ਬੜੇਪਾ ਰਹਿਣਾ। ਇਹ ਤਿੰਨ ਜ਼ਿੰਦਗੀ ਦੇ ਪੜਾਅ ਨੇ ਜਿੱਥੇ ਸਾਨੂੰ ਰੁਕ ਕੇ ਸਮਝਣਾ ਸੀ, ਪਰ ਅਸੀਂ ਉਹਦੇ ਨਾਲ ਹੀ ਮੋਹ ਪਾ ਕੇ ਬਹਿ ਗਏ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਅਸੀਂ ਪਹਿਲੇ ਤੇ ਬਾਲ ਅਵਸਥਾ ਵਿੱਚ ਹੀ ਇੰਨਾ ਮੋਹ ਸਾਡੇ ਅੰਦਰ ਬਣ ਗਿਆ ਕਿ ਕੋਈ ਵੀ ਧਨ ਪਦਾਰਥ ਛੱਡਣ ਨੂੰ ਤੇ, ਕਿਉਂਕਿ ਸ਼ੁਰੂਆਤ ਤਾਂ ਬਚਪਨ ਤੋਂ ਹੀ ਹੋ ਗਈ। ਜੋ ਮਾਂ-ਬਾਪ ਨੇ ਖਿਡੌਣਾ ਲਿਆ ਕੇ ਦਿੱਤਾ ਸੀ ਇੰਨਾ ਪਿਆਰਾ ਲੱਗਾ ਕਿ ਗਵਾਂਢੀਆਂ ਦਾ ਬੱਚਾ ਆ ਕੇ ਜੇ ਹੱਥ ਲਾਉਂਦਾ ਹੈ ਤੇ ਰੋਣ ਲੱਗ ਜਾਂਦਾ ਹੈ, ਉਹਨੂੰ ਮਾਰਨ ਕੁੱਟਣ ਲੱਗ ਜਾਂਦਾ ਵੀ ਇਹ ਮੇਰਾ ਖਿਡੌਣਾ ਹੈ, ਇਹ ਤੂੰ ਕਿਵੇਂ ਲੈ ਸਕਦਾ ਹੈ। ਬਚਪਨ 'ਚ ਹੀ ਐਸੀ ਖੇਡ ਬਣ ਗਈ ਤੇ ਜਵਾਨੀ ਤੱਕ ਜਾਂਦਿਆਂ ਇੰਨੀ ਪਕੜ ਮਜ਼ਬੂਤ ਹੋ ਗਈ ਵੀ ਭਰਾ ਭਰਾ ਦੇ ਲਈ ਲੜਨ ਲਈ ਤਿਆਰ ਹੋ ਗਿਆ ਵੀ ਤੂੰ ਮੇਰੇ ਤੋਂ 1 ਇੰਚ ਜਗ੍ਹਾ ਵੱਧ ਕਿਵੇਂ ਲੈ ਜਾਏਗਾ। 1 ਇੰਚ ਜਗ੍ਹਾ ਵੀ ਤੂੰ ਵੱਧ ਲੈ ਕੇ ਵਿਖਾ, ਮੈਂ ਤੈਨੂੰ ਕੋਰਟ ਕਚਹਿਰੀਆਂ ਤੱਕ ਲੈ ਕੇ ਜਾਵਾਂਗਾ। ਜਾਂ ਕ੍ਰੋਧ ਇੰਨਾ ਜ਼ਿਆਦਾ ਵੱਧ ਜਾਂਦਾ ਵੀ ਮੌਕੇ ਤੇ ਹੀ ਭਰਾ ਨੂੰ ਮਾਰਨ ਲਈ ਤਿਆਰ ਹੋ ਜਾਂਦਾ ਹੈ, ਕਿਉਂਕਿ ਸ਼ੁਰੂਆਤ ਤਾਂ ਬਾਲ ਅਵਸਥਾ ਤੋਂ ਹੀ ਹੋਈ ਹੈ ਨਾ। ਜੋਬਨ ਵਿੱਚ ਆਉਂਦਿਆਂ ਇੰਨੀ ਪਕੜ ਬਣ ਗਈ। ਪਰ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਪਏ ਨੇ ਧਿਆਨ ਰੱਖ, ਇਹ ਜੋਬਨ ਵੀ ਸਾਰਾ ਤੇਰਾ ਜਿਹੜਾ ਇਹ ਨਹੀਂ ਰਹਿਣਾ। ਹੁਣ ਬੜੇਪੇ ਤੱਕ ਜਾਂਦਿਆਂ ਜੋਬਨ ਨਾਲ ਵੀ ਇੰਨਾ ਪਿਆਰ ਬਣ ਗਿਆ
ਬੰਦਾ ਬੁਢੇਪੇ ਵਿੱਚ ਵੀ ਜਵਾਨ ਬਣ ਕੇ ਦਿਖਾਉਣਾ ਚਾਹੁੰਦਾ ਹੈ, ਵੀ ਦੁਨੀਆ ਨੂੰ ਇਹ ਨਾ ਪਤਾ ਲੱਗ ਜਾਏ ਕਿ ਮੈਨੂੰ ਬੁਢੇਪਾ ਆ ਚੁੱਕਾ ਹੈ। ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ, ਦੁਨੀਆ ਨੂੰ ਨਹੀਂ। ਅਸੀਂ ਆ ਚਿਹਰੇ ਉੱਤੇ ਬਨਾਵਟ ਇਦਾਂ ਦੀ ਕਰ ਲਾਂਗੇ ਕਿ ਬੁਢੇਪੇ ਵਿੱਚ ਵੀ ਅਸੀਂ ਜਵਾਨ ਦਿਸਾਂਗੇ, ਚਿੱਟੇ ਵੀ ਅਸੀਂ ਕਾਲੇ ਕਰਕੇ ਦੁਨੀਆ ਨੂੰ ਦਿਖਾ ਦਿਆਂਗੇ, ਪਰ ਧੋਖਾ ਦੁਨੀਆ ਨੂੰ ਨਹੀਂ, ਆਪਣੇ ਆਪ ਨੂੰ ਦੇ ਰਹੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਜੇ ਬਾਲ ਅਵਸਥਾ ਨਹੀਂ ਰਹੀ ਤੇ ਜੋਬਨ ਨਹੀਂ ਰਹਿਣਾ, ਜੇ ਜੋਬਨ ਨਹੀਂ ਰਿਹਾ ਤੇ ਬੁਢੇਪਾ ਵੀ ਨਹੀਂ ਰਹਿਣਾ। ਕਿਹਨੂੰ ਅਸੀਂ ਧੋਖਾ ਦੇ ਰਹੇ ਹਾਂ? ਆਪਣੇ ਆਪ ਨੂੰ, ਕਿਉਂਕਿ ਜਿੱਦਣ ਆਖਰੀ ਦਮ ਨਿਕਲ ਗਿਆ ਪਤਾ ਉਸ ਦਿਨ ਲੱਗਣਾ। ਇਸ ਲਈ ਉਹਦੀ ਆਰਾਧਨਾ ਕਰਨ ਦੇ ਵਿੱਚ ਢਿੱਲ ਨਾ ਕਰ। ਮਤ ਕੇ ਜਾਪੈ ਸਾ ਆਵੈ ਕਿ ਨਾ ਆਵੇ ਰਾਮ। ਹੁਣ ਉਹ ਉਦਾਹਰਣ ਦੇ ਕੇ ਸਮਝਾਉਣ ਦਾ ਯਤਨ ਕੀਤਾ ਕਿ ਦਿਨਸ ਚੜੈ ਫਿਰ ਆਥਵੈ, ਰਹਿਣ ਸਬਾਈ ਜਾਏ। ਆਵ ਘਟੈ ਉਮਰ ਘਟ ਰਹੀ ਹੈ, ਨਰ ਨਾ ਬੂਝੈ, ਮਨ ਮਨੁੱਖ ਨਹੀਂ ਸਮਝ ਰਿਹਾ। ਨਿਤ ਮੂਸਾ ਲਾਜ ਟੁਕਾਏ, ਮੌਤ ਰੂਪੀ ਚੂਹਾ ਨਿਤ ਇਸ ਰੱਸੀ ਨੂੰ ਟੁਕ ਰਿਹਾ। ਗੁੜ ਮੀਠਾ ਮਾਇਆ ਪਸਰਿਆ, ਗੁੜ ਦੀ ਤਰ੍ਹਾਂ ਇਹ ਮਾਇਆ ਜਿਹੜੀ ਮਿੱਠੀ ਹੈ ਇਹ ਉਸ ਗੁੜ ਦੀ ਤਰ੍ਹਾਂ ਪਸਰੀ ਹੋਈ ਹੈ। ਮਨਮੁਖ ਲਗ ਮਾਖੀ ਪਚੈ ਪਚਾਏ, ਮਨਮੁਖ ਉਸ ਮੱਖੀ ਦੀ ਤਰ੍ਹਾਂ ਜਿਹੜੇ ਪਿਲ ਪਲੇ ਗੁੜ ਉੱਤੇ ਆ ਕੇ ਬੈਠੀ, ਪੈਰ ਉਹਦੇ ਵਿੱਚ ਹੀ ਧਸ ਗਏ, ਜਦੋਂ ਉੱਡਣ ਲੱਗੀ ਤੇ ਉੱਡਿਆ ਕੋਈ ਨਾ ਗਿਆ, ਉੱਥੇ ਹੀ ਉਹਦੀ ਜ਼ਿੰਦਗੀ ਸਮਾਪਤ ਹੋ ਗਈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮਨਮੁਖ ਵੀ ਉਸ ਮੱਖੀ ਦੀ ਤਰ੍ਹਾਂ ਇਸ ਮਾਇਆ ਰੂਪੀ ਗੁੜ ਵਿੱਚ ਇੰਨਾ ਗਲਤਾਨ ਹੋ ਗਿਆ ਕਿ ਪਰਮੇਸ਼ਵਰ ਦੇ ਗੁਣ ਗਾਉਣਾ ਹੀ ਭੁੱਲ ਗਿਆ। ਇਹ ਭੁੱਲ ਗਿਆ ਵੀ ਜ਼ਿੰਦਗੀ ਦਾ ਸਮਾਂ ਪਤਾ ਨਹੀਂ ਕਦੋਂ ਮੁੱਕ ਜਾਣਾ। ਪਾਪ ਤੇ ਪਾਪ, ਬੁਰਾਈਆਂ ਤੇ ਦੇਖੋ, ਜੇ ਆ ਗੁਰਬਾਣੀ ਇੱਕ ਵੀ ਸ਼ਬਦ ਸਾਡੇ ਪੱਲੇ ਪੈ ਜਾਏ ਤੇ ਦੁਨੀਆ ਵਿੱਚੋਂ ਬੁਰਾਈ, ਸਮਾਜ ਵਿੱਚੋਂ ਬੁਰਾਈ ਖਤਮ ਹੋ ਜਾਏਗੀ। ਜਿੰਨਾ ਵੀ ਅੱਜ ਧੋਖਾਦਾਰੀ ਹੈ, ਭ੍ਰਿਸ਼ਟਾਚਾਰ ਫੈਲਿਆ, ਇਹ ਸਭ ਖਤਮ ਹੋ ਜਾਏਗਾ ਜੇ ਹਰ ਬੰਦੇ ਨੂੰ ਇਹ ਗੱਲ ਸਮਝ ਆ ਜਾਏ। ਪਰ ਨਹੀਂ ਸਮਝ ਆ ਰਹੀ, ਕਿਉਂਕਿ ਕੀ ਹੈ, ਕਹਿੰਦੇ ਗੁੜ ਮਿੱਠਾ ਮਾਇਆ ਪਸਰਿਆ। ਹਜੇ ਉਹ ਸਵਾਦ ਲੱਗ, ਇਹ ਮਾਇਆ ਦਾ ਸਵਾਦ ਇੰਨਾ ਪਿਆ ਹੋਇਆ ਹੈ, ਇਹ ਭੁੱਲ ਗਿਆ ਵੀ ਮੈਂ ਇੰਨੇ ਪਾਪ ਕਰ ਰਿਹਾ, ਠੱਗੀ ਕਰ ਰਿਹਾ, ਹੇਰਾ ਫੇਰੀ ਕਰ ਰਿਹਾ, ਇੰਨਾ ਕੁਝ ਮੈਂ ਕਰ ਰਿਹਾ, ਪਰ ਨਾਲ ਕੀ ਲੈ ਕੇ ਜਾਣਾ ਹੈ? ਸਾਰੀ ਉਮਰ ਪਾਪ ਕਮਾ ਕਮਾ ਕੇ, ਠੱਗੀਆਂ ਕਰ ਕਰਕੇ, ਦੂਜਿਆਂ ਦੇ ਹੱਕ ਖੋ ਖੋ ਕੇ ਆਪਣੇ ਖਜ਼ਾਨੇ ਭਰ ਲਏ, ਪਰ ਜਿੱਦਣ ਨਾਲ ਜਾਣਾ, ਜਾਣਾ ਕੀ ਹੈ ਮੇਰੇ ਨਾਲ? ਮੇਰੀ ਜ਼ਿੰਦਗੀ ਕੀ ਹੈ? ਨਾਂਗੇ ਆਵਨ ਨਾਂਗੇ ਜਾਣਾ। ਜੇ ਸਮਝ ਆ ਜਾਏ ਵੀ ਜਿੱਦਣ ਦੁਨੀਆ ਤੋਂ ਜਾਣਾ ਇੱਕ ਕੌਡੀ ਮੇਰੇ ਕੰਮ ਨਹੀਂ ਆਉਣੀ, ਤੇ ਮੈਂ ਕਿਉਂ ਐਸੇ ਕਰਮ ਕਰਾਂ ਕਿ ਜਿਹਦੇ ਨਾਲ ਮੈਨੂੰ ਇਸ ਸੰਸਾਰ ਦੇ ਵਿੱਚ ਦੁਬਾਰਾ ਕਰਮ ਫਲ ਭੋਗਣ ਵਾਸਤੇ ਦੁੱਖ ਸਹਿਣਾ ਪਵੇ। ਪਰ ਹਰ ਬੰਦੇ ਨੂੰ ਸਮਝ ਨਹੀਂ ਨਾ ਆ ਰਹੀ, ਕਿਉਂਕਿ ਹਜੇ ਮਾਇਆ ਮਿੱਠੀ ਲੱਗ ਰਹੀ ਹੈ, ਸੰਸਾਰ ਮਿੱਠਾ ਲੱਗ ਰਿਹਾ ਹੈ, ਇਸ ਲਈ ਹਜੇ ਪਾਪ ਕਮਾ ਰਿਹਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਸਮਝਾਉਂਦੇ ਨੇ, ਹੇ ਮਨਮੁਖ ਪ੍ਰਾਣੀ, ਤੇਰੀ ਹਾਲਤ ਵੀ ਉਸ ਮੱਖੀ ਦੀ ਤਰ੍ਹਾਂ ਹੈ। ਜੇ ਨਹੀਂ ਸਮਝ ਆਈ ਤੇ ਗੁੜ ਤੇ ਬੈਠੀ ਮੱਖੀ ਵੱਲ ਵੇਖ ਲਈ, ਉਹਦੀ ਕੀ ਹਾਲਤ, ਕਿਵੇਂ ਉਹ ਤੜਪਦੀ ਹੈ, ਕਿਵੇਂ ਉਹ ਤੜਪ ਤੜਪ ਕੇ ਉਹਦੇ ਪ੍ਰਾਣ ਨਿਕਲ ਜਾਂਦੇ ਆ। ਬਸ ਤੇਰੀ ਵੀ ਹਾਲਤ ਇਦਾਂ ਦੀ ਹੈ। ਜੇ ਤੂੰ ਉਹਨੂੰ ਸਖਾ ਬੇਲੀ ਆਪਣਾ ਨਾਂ ਬਣਾ ਕੇ, ਉਹਦੀ ਬੰਦਗੀ, ਉਹਦੇ ਗੁਣ ਨਾ ਗਾ ਕੇ ਜ਼ਿੰਦਗੀ ਦਾ ਸਮਾਂ ਲੰਘਾਇਆ, ਤਾਂ ਫਿਰ ਧਿਆਨ ਰੱਖੀ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਇਹ ਸਾਰਾ ਜਨਮ ਬੇਅਰਥ, ਕਿਸੇ ਕੰਮ ਨਹੀਂ ਆਉਣਾ। ਗੁਰਮਤ ਹਰ ਲਿਵ ਉਬਰੇ, ਅਲਿਪਤ ਰਹੇ ਸਰਣਾਏ। ਉਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਗੁਰਮੁਖ ਦਰਗਹ ਮੰਨੀਐ, ਹਰ ਆਪ ਲਏ ਗਲ ਲਾਏ। ਦੂਸਰੇ ਪਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਸਮਝਾਉਂਦੇ ਕਿ ਜਿਹੜੇ ਗੁਰੂ ਵਾਲੇ ਬਣ ਗਏ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ, ਉਹਨਾਂ ਨੇ ਆਪਣੀ ਲਿਵ ਨੂੰ ਨਿਰੰਕਾਰ ਦੇ ਨਾਮ ਨਾਲ ਜੋੜ ਲਿਆ। ਜਿਨ੍ਹਾਂ ਨੇ ਜੋੜਿਆ, ਫਿਰ ਬੇਨਤੀ ਕਰਾਂ,
ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿੱਤ ਲਾਇਆ। ਜਿਨ੍ਹਾਂ ਨੇ ਆਪਣੀ ਲਿਵ ਚਿੱਤ ਨੂੰ ਸੱਚੇ ਨਾਮ ਨਾਲ ਜੋੜ ਲਿਆ, ਉਬਰੇ, ਉਹ ਤਾਂ ਬਚ ਗਏ ਇਸ ਮਾਇਆ ਦੇ ਮੋਹ ਤੋਂ, ਉਹ ਬਚ ਗਏ। ਅਲਪਤ ਰਹੇ ਸ਼ਰਨ ਆਏ, ਉਹ ਤਾਂ ਗੁਰੂ ਦੀ ਸ਼ਰਨ ਵਿੱਚ ਆਏ ਹੋਏ ਨਿਰਲੇਪ ਹੋ ਗਏ, ਮੋਹ ਮਾਇਆ ਤੋਂ ਨਿਰਲੇਪ ਹੋ ਗਏ। ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਨਿਰਲੇਪ ਹੋ ਗਏ। ਤੇ ਜਿਹੜੇ ਨਿਰਲੇਪ ਹੋ ਗਏ, ਓਨੀ ਚੱਲਣ ਸਦਾ ਨਿਹਾਲਿਆ, ਉਹ ਸਦਾ ਵੇਖਦੇ ਆ ਵੀ ਪਤਾ ਨਹੀਂ ਕਦੋਂ ਦੁਨੀਆ ਤੋਂ ਚੱਲਣਾ ਪੈ ਜਾਏ, ਕਿਹੜੇ ਵੇਲੇ ਚੱਲਣਾ ਪੈ ਜਾਏ, ਪਤਾ ਹੀ ਕੋਈ ਨਹੀਂ ਕਦੋਂ ਚੱਲਣਾ ਪੈ ਜਾਏ। ਹਰ ਖਰਚ ਲੀਆਂ ਪਤ ਪਾਏ, ਉਹਨਾਂ ਨੇ ਫਿਰ ਆਪਣਾ ਖਰਚ ਪਾਣੀ ਜਿਹੜਾ ਸੀ ਰਾਹ ਵਿੱਚ ਖਰਚਣ ਵਾਲਾ ਧਨ ਉਹ ਇਕੱਠਾ ਕਰ ਲਿਆ। ਤੇ ਕੀ ਕੀਤਾ? ਜਿਨ੍ਹਾਂ ਨੂੰ ਸਮਝ ਆ ਗਈ ਵੀ ਇੱਕ ਦਿਨ ਚੱਲਣਾ ਹੈ, ਪਤਾ ਨਹੀਂ ਕਿਹੜਾ ਵੇਲਾ, ਕਿਹੜਾ ਸਮਾਂ, ਕਿਹੜਾ ਟਾਈਮ ਆ ਜਾਏ, ਪਤਾ ਹੀ ਨਹੀਂ ਲੱਗਣਾ ਕਦੋਂ ਚੱਲਣ ਦੀ ਵਾਰੀ ਆ ਜਾਏ, ਉਹ ਫਿਰ ਆਪਣਾ ਖਰਚ ਪਾਣੀ ਹਰ ਵੇਲੇ ਤਿਆਰ ਰੱਖਦੇ ਆ ਵੀ ਚੱਲਣਾ ਪੈ ਜਾਏ ਤੇ ਕਮ ਸੇ ਕਮ ਸਾਡੇ ਕੋਲ ਖਜ਼ਾਨਾ ਤੇ ਹੋਵੇ, ਖਾਲੀ ਨਾ ਜਾਣਾ ਪਵੇ। ਕਿਹਨਾਂ ਨੂੰ ਸਮਝ ਆਈ? ਜਿਨ੍ਹਾਂ ਨੇ ਬਾਣੀ ਨੂੰ ਪੜ੍ਹ ਕੇ ਸਮਝਿਆ, ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਉਹਨਾਂ ਨੇ ਫਿਰ ਆ ਸ੍ਰੇਸ਼ਟ ਧਨ ਇਕੱਠਾ ਕਰ ਲਿਆ, ਉਹਨਾਂ ਨੇ ਫਿਰ ਇਹ ਪੱਲੇ ਬੰਨ ਲਿਆ ਜਿਹਦੇ ਨਾਲ ਅੱਗੇ ਪੱਤ ਪਾਏ, ਇੱਜ਼ਤ ਮਿਲਦੀ ਹੈ ਉਹਨਾਂ ਨੂੰ ਅੱਗੋਂ। ਫਿਰ ਮਾਲਕ ਦੇ ਘਰ ਵਿੱਚੋਂ ਜਿਨ੍ਹਾਂ ਨੂੰ ਇੱਜ਼ਤ ਪਿਆਰ ਸਤਿਕਾਰ ਮਿਲਦਾ ਹੈ, ਉਹਨਾਂ ਨੇ ਸਮਝ ਲਿਆ, ਇਸ ਲਈ ਹਰ ਖਰਚ ਲਿਆ ਪੱਤ ਪਾਏ। ਉਹ ਹਰ ਵੇਲੇ ਧਨ ਜਿਹੜਾ ਖਰਚਣ ਵਾਸਤੇ ਨਾਮ ਦਾ ਉਹ ਇਕੱਠਾ ਕਰਦੇ ਨੇ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ, ਅਸੀਂ ਸਾਰਾ ਦਿਨ ਸਾਰੀ ਰਾਤ ਭੱਜ ਦੌੜ ਕਰਦੇ ਹਾਂ ਖਜ਼ਾਨੇ ਭਰਨ ਵਾਸਤੇ ਕਿ ਸਾਡਾ ਖਜ਼ਾਨਾ ਜਿਹੜਾ ਇਹ ਭਰਿਆ ਰਵੇ। ਸਭ ਕਹਿੰਦੇ ਬਾਹਰ ਦਾ ਖਜ਼ਾਨਾ ਤਾਂ ਤੂੰ ਭਰ ਲਿਆ, ਜਿੱਦਾਂ ਵੀ ਭਰਿਆ, ਭੱਜ ਦੌੜ ਕਰਕੇ, ਹੇਰਾ ਫੇਰੀਆਂ ਕਰਕੇ, ਠੱਗੀਆਂ ਕਰਕੇ, ਜਿੱਦਾਂ ਮਰਜ਼ੀ ਕੀਤਾ, ਪਰ ਹਕੀਕਤ ਤਾਂ ਇਹ ਹੈ ਕਿ ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ। ਤੂੰ ਹੁਣ ਇਹ ਯਤਨ ਕਰ ਕਿ ਮੈਂ ਅੰਦਰ ਦਾ ਖਜ਼ਾਨਾ ਆਪਣਾ ਨਾਮ ਦੇ ਰਾਹੀਂ ਭਰ ਲਵਾਂ, ਕਿਉਂਕਿ ਜਿੱਦਣ ਸਰੀਰਕ ਚੋਲਾ ਤਿਆਗਣਾ ਉਸ ਦਿਨ ਫਿਰ ਆ ਨਾਮ ਦਾ ਧਨ ਹੀ ਤੇਰੇ ਜੀਵ ਆਤਮਾ ਦੇ ਕੰਮ ਆਉਣਾ ਹੈ। ਆਹ ਵਾਲਾ ਧਨ ਤੂੰ ਲੈ ਕੇ ਨਾਲ ਚੱਲ, ਇਹ ਤੋਸਾ ਜਿਹੜਾ ਹੈ ਨਾ, ਇਹ ਖਜ਼ਾਨਾ ਇਹੀ ਤੇਰੇ ਕੰਮ ਆਉਣਾ ਹੈ। ਪਰ ਜਿਨ੍ਹਾਂ ਨੇ ਚੱਲਣਾ ਦੇਖ ਲਿਆ ਕਿ ਦੁਨੀਆ ਵਿੱਚ ਜਿਹੜਾ ਆ ਰਿਹਾ ਉਹ ਜਾ ਰਿਹਾ ਹੈ, ਜਿਹੜਾ ਆ ਰਿਹਾ ਉਹੀ ਦੁਨੀਆ ਤੋਂ ਜਾ ਰਿਹਾ ਹੈ। ਕਿੰਨੇ ਆਏ, ਕਿੰਨੇ ਚਲੇ ਗਏ, ਕਈ ਸਾਡੇ ਤੋਂ ਬਾਅਦ ਆਏ, ਸਾਡੇ ਤੋਂ ਪਹਿਲਾਂ ਚਲੇ ਗਏ। ਸਾਡੀ ਆਪਣੀ ਆਪਣੀ ਉਮਰ ਦੇ ਹਿਸਾਬ ਨਾਲ ਵੇਖੋ, ਜਿੰਨੀ ਤੁਹਾਡੀ ਸਾਰਿਆਂ ਦੀ ਉਮਰ ਹੈ, ਇਸ ਉਮਰ ਦੇ ਹਿਸਾਬ ਨਾਲ ਵੇਖੋ, ਕਿਸੇ ਦੀ 50 ਸਾਲ ਹੈ, ਕਿਸੇ ਦੀ 40 ਸਾਲ ਹੈ, ਕਿਸੇ ਦੀ 30 ਹੈ, ਕਿਸੇ ਦੀ 50 ਤੋਂ ਉੱਪਰ ਹੈ। ਚਲੋ ਮੰਨ ਲਓ ਵੀ 50 ਸਾਲ ਹੈ। ਹੁਣ 50 ਸਾਲ ਦਾ ਜਿਹੜਾ ਬੰਦਾ ਬੈਠਾ ਹੈ ਦੁਨੀਆ ਵਿੱਚ, ਉਹਦੇ ਸਾਹਮਣੇ ਤਾਂ 5 ਦਿਨਾਂ ਦਾ ਬੱਚਾ ਵੀ ਚਲਾ ਗਿਆ, ਉਹਦੇ ਸਾਹਮਣੇ ਤਾਂ 5 ਸਾਲ ਦਾ ਬਾਲਕ ਵੀ ਚਲਾ ਗਿਆ, ਉਹਦੀਆਂ ਅੱਖਾਂ ਸਾਹਮਣੇ ਤੇ 15 ਸਾਲ ਵਾਲਾ ਵੀ ਚਲਾ ਗਿਆ। ਉਹ 50 ਸਾਲ ਵਾਲੇ ਨੇ ਵੇਖਿਆ ਕਿ ਮੇਰੀਆਂ ਅੱਖਾਂ ਸਾਹਮਣੇ 5 ਮਿੰਟ ਵਾਲਾ ਵੀ ਚਲਾ ਗਿਆ, 5 ਦਿਨਾਂ ਵਾਲਾ ਵੀ ਚਲਾ ਗਿਆ, 5 ਸਾਲਾਂ ਵਾਲਾ ਵੀ ਚਲਾ ਗਿਆ, ਤੇ ਦੇਖਿਆ ਵੀ ਇਹ ਸਾਰੇ ਹੀ ਚਲੇ ਗਏ। ਇੱਕ ਦਿਨ ਜਾਣਾ ਤੇ ਮੈਨੂੰ ਵੀ ਪੈਣਾ ਹੈ, ਮੈਨੂੰ ਵੀ ਇੱਕ ਦਿਨ ਜਾਣਾ ਪਏਗਾ। ਉਨੀ ਚੱਲਣ ਸਦਾ ਨਿਹਾਲਿਆ, ਉਹਨਾਂ ਨੇ ਨਿਹਾਲ ਲਿਆ, ਦੇਖ ਲਿਆ ਵੀ ਚੱਲਣਾ ਤੇ ਪੈਣਾ, ਇੱਥੇ ਕਿਸੇ ਦਾ ਜ਼ੋਰ ਨਹੀਂ ਚੱਲਣਾ, ਇੱਕ ਦਿਨ ਚੱਲਣਾ ਪਏਗਾ। ਅਸੀਂ ਮਨ ਦੇ ਵਿੱਚ ਨਹੀਂ ਚੇਤੇ ਕਰ ਰਹੇ, ਗੱਲ ਵੱਖਰੀ ਹੈ, ਪਰ ਉਹਦਾ ਹੁਕਮ ਸਮੇਂ ਸਿਰ ਆ ਹੀ ਜਾਣਾ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਮਨ ਵਿੱਚ ਚਿੱਤ ਚੇਤੇ ਕਿਉਂ ਨਹੀਂ ਸੀ? ਕਿਉਂਕਿ ਮਨ ਮੱਖੀ ਬਣ ਕੇ ਉਸ ਮਾਇਆ ਰੂਪੀ ਗੁੜ ਵਿੱਚ ਬੈਠਾ ਹੋਇਆ ਹੈ, ਭੁੱਲ ਗਿਆ ਸਭ ਕੁਝ। ਪਰ ਗੁਰਮੁਖ ਨੇ ਜਦੋਂ ਗੁਰੂ ਰਾਹੀਂ ਸੱਚੇ ਨਾਮ ਵਿੱਚ ਲਿਵ ਲਾ ਲਈ ਨਾ ਆਪਣੀ, ਇਹਨੂੰ ਹੋਸ਼ ਆ ਗਈ,
ਇਹਨੂੰ ਸੁਰਤ ਆ ਗਈ। ਜਦੋਂ ਇਹਨੂੰ ਹੋਸ਼ ਆਈ, ਇਹਨੇ ਵੇਖਿਆ ਉਨੀ ਚੱਲਣ ਸਦਾ ਨਿਹਾਲਿਆ, ਦੇਖਿਆ ਵੀ ਇੱਥੇ ਸਾਰੇ ਆ ਰਹੇ ਨੇ, ਜਾ ਰਹੇ ਨੇ, ਆ ਰਹੇ ਨੇ, ਜਾ ਰਹੇ ਨੇ। ਇਹ ਜੰਮਣ ਮਰਨ ਦੀ ਖੇਡ ਬਣੀ ਹੋਈ ਹੈ। ਹਰ ਖਰਚ ਲਿਆ ਪਤ ਪਾਏ। ਅੱਗੇ ਮਾਲਕ ਦੇ ਘਰ ਵਿੱਚੋਂ ਇੱਜ਼ਤ ਲੈਣ ਲਈ ਉਹਨੇ ਫਿਰ ਆ ਨਾਮ ਦਾ ਧਨ ਜਿਹੜਾ ਸੀ ਇਕੱਠਾ ਕਰਕੇ ਇਹਨੂੰ ਖਰਚਣਾ ਸ਼ੁਰੂ ਕੀਤਾ, ਭਾਵ ਨਾਮ ਜਪਣਾ ਸ਼ੁਰੂ ਕੀਤਾ, ਬੰਦਗੀ ਕਰਨੀ ਸ਼ੁਰੂ ਕੀਤੀ। ਗੁਰਮੁਖ ਦਰਗਹ ਮੰਨੀਐ, ਹਰ ਆਪ ਲਏ ਗੱਲ ਲਾਏ। ਫਿਰ ਉਹ ਜਦੋਂ ਗੁਰਮੁਖ ਜਨਮ ਸਵਾਰ, ਜਦੋਂ ਉਹ ਗੁਰਮੁਖ ਜਨਮ ਨੂੰ ਸਵਾਰ ਕੇ ਦਰਗਾਹ ਵੱਲ ਨੂੰ ਤੁਰਿਆ ਤੇ ਗੁਰਮੁਖ ਦਰਗਹ ਮੰਨੀਐ, ਭਾਵ ਪ੍ਰਵਾਨ ਹੋ ਗਿਆ। ਜਦੋਂ ਉਹ ਪ੍ਰਵਾਨ ਹੋਇਆ, ਹਰ ਆਪ ਲਏ ਗੱਲ ਲਾਏ। ਪਰਮੇਸ਼ਵਰ ਨੇ ਆਪ ਉਹਨੂੰ ਫਿਰ ਉੱਠ ਕੇ ਅੱਗੋਂ ਗਲ ਦੇ ਨਾਲ ਲਾ ਲਿਆ, ਜਿਹੜਾ ਮਾਇਆ ਦੇ ਮੋਹ ਵਿੱਚੋਂ ਦੀ ਨਿਕਲ ਗਿਆ, ਜਿਹੜਾ ਇਸ ਜ਼ਹਿਰ ਵਿੱਚੋਂ ਦੀ ਨਿਕਲ ਗਿਆ। ਜ਼ਹਿਰ ਦੇਖੋ ਪਹਿਲਾਂ ਸਵਾਦ ਲੱਗਦੀ ਹੈ, ਬਾਅਦ ਵਿੱਚ ਔਖੀ ਕਰਦੀ ਹੈ। ਇਹ ਵਿਕਾਰਾਂ ਦੀ ਮਾਇਆ ਪਹਿਲਾਂ ਮਿੱਠੀ ਲੱਗਦੀ ਹੈ, ਬਾਅਦ ਵਿੱਚ ਕੌੜੀ ਹੋ ਜਾਂਦੀ ਹੈ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ, ਸਾਧ ਇਹ ਖੇਡ ਹੈ। ਪਰ ਮਿੱਠਾ ਜਦੋਂ ਬੰਦਾ ਖਾਂਦਾ ਹੈ, ਉਦੋਂ ਉਹਨੂੰ ਪਤਾ ਵੀ ਇੱਕ ਦਿਨ ਇਹ ਕੌੜਾ ਵੀ ਹੋ ਜਾਣਾ ਹੈ। ਜੇ ਪਤਾ ਹੋ ਜਾਏ ਤੇ ਪਹਿਲਾਂ ਹੀ ਕੰਟਰੋਲ ਕਰ ਲੈਂਦਾ ਹੈ। ਇਸ ਲਈ ਗੁਰਮੁਖ ਗੁਰੂ ਦੇ ਰਾਹੀਂ ਜਿਨ੍ਹਾਂ ਨੂੰ ਸਮਝ ਆਈ, ਉਹ ਇਸ ਮਾਇਆ ਦੇ ਮੋਹ ਵਿੱਚੋਂ ਨਿਕਲ ਕੇ ਪਰਮੇਸ਼ਵਰ ਦੀ ਬੰਦਗੀ ਵਿੱਚ ਜੁੜ ਕੇ ਉਸ ਮਾਲਕ ਦੇ ਦਰਗਾਹ ਵਿੱਚ, ਉਹਦੇ ਦਰ ਤੇ ਇੱਜ਼ਤ ਪਾਉਂਦੇ ਹਨ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਹਰ ਨਾਮ ਸਲਾਹਨ ਨਾਮ ਮਨ, ਨਾਮ ਰਹਿਨ ਲਿਵ ਲਾਏ। ਅਨਹਦ ਧੁਨੀ ਦਰ ਵੱਜਦੇ, ਦਰ ਸੱਚੇ ਸ਼ੋਭਾ ਪਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਪੰਥ ਮੈਨੇ ਰਸਤਾ, ਉਹ ਰਸਤਾ ਕਲੀਅਰ ਹੋ ਜਾਂਦਾ ਹੈ, ਸਾਫ਼ ਹੋ ਜਾਂਦਾ ਹੈ। ਉਸ ਰਾਹ ਉੱਤੇ ਠਾਕ ਨਾ ਕੋਈ ਪਾਏ। ਠਾਕ ਮੈਨੇ ਰੁਕਾਵਟ। ਗੁਰਮੁਖ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ, ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਨੇ। ਉਹਦਾ ਰਸਤਾ ਬਿਲਕੁਲ ਕਲੀਅਰ ਹੋ ਜਾਂਦਾ ਹੈ, ਸਾਫ਼ ਸੁਥਰਾ ਹੋ ਜਾਂਦਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਬੁਰਾਈਆਂ ਉਹਦੇ ਰਾਹ ਨੂੰ ਰੋਕ ਨਹੀਂ ਸਕਦੀਆਂ, ਜਿਹੜਾ ਗੁਰੂ ਦਾ ਆਸਰਾ ਲੈ ਕੇ ਤੁਰਿਆ ਹੈ। ਮਨਮੁਖ ਦੇ ਰਸਤੇ ਵਿੱਚ ਰੁਕਾਵਟਾਂ ਹੀ ਰੁਕਾਵਟਾਂ ਨੇ। ਮਨਮੁਖ ਦਾ ਰਸਤਾ ਸਾਫ਼ ਨਹੀਂ ਹੈ, ਬੜਾ ਔਖਾਈ ਹੈ ਮਨਮੁਖ ਦੇ ਰਾਹ ਵਿੱਚ। ਕਦੇ ਕਾਮ ਆ ਗਿਆ, ਕਦੇ ਕ੍ਰੋਧ ਆ ਗਿਆ, ਕਦੇ ਲੋਭ ਆ ਗਿਆ, ਕਦੇ ਮੋਹ ਆ ਗਿਆ, ਕਦੇ ਝੂਠ, ਕਦੇ ਵਿਕਾਰ। ਮਨਮੁਖ ਦੇ ਰਸਤੇ 'ਚ ਰੁਕਾਵਟਾਂ ਹੀ ਰੁਕਾਵਟਾਂ ਨੇ। ਪਰ ਗੁਰਮੁਖ ਦੇ ਰਸਤਾ ਜਿਹੜਾ ਉਹ ਪ੍ਰਗਟ ਹੋ ਗਿਆ, ਭਾਵ ਸਾਫ਼ ਸੁਥਰਾ। ਕੋਈ ਉਹਦੇ ਦਰ ਤੇ, ਉਹਦੇ ਰਾਹ ਤੇ ਰੁਕਾਵਟ ਨਹੀਂ ਪਾ ਸਕਦਾ। ਕੌਣ? ਰਾਤ ਵੀ ਜ਼ਿਕਰ ਕੀਤਾ ਸੀ ਤੇ ਕਰਦੇ ਵੀ ਰਹਿਣਾ। ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਮਨਾਉਣ ਜਾ ਰਹੇ ਹਾਂ। ਹਰ ਸਾਲ ਮਨਾਉਂਦੇ ਰਵਾਂਗੇ। ਪਰ ਜਿਨ੍ਹਾਂ ਦੇ ਪੁਰਬ ਮਨਾਉਂਦੇ ਆ, ਉਹਨਾਂ ਨੇ ਜਿਹੜੇ ਮਾਰਗ ਦਿੱਤੇ ਨੇ, ਉਸ ਮਾਰਗ ਤੇ ਤੁਰੀਏ ਵੀ। ਜੋ ਉਹਨਾਂ ਨੇ ਉਪਦੇਸ਼ ਦਿੱਤਾ, ਉਸ ਉਪਦੇਸ਼ ਤੇ ਅਮਲ ਵੀ ਕਰੀਏ। ਜੋ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਨੇ, ਉਹਨੂੰ ਗ੍ਰਹਿਣ ਵੀ ਕਰੀਏ, ਤਾਂ ਇਹ ਮਨਾਏ ਪੁਰਬ ਸਾਡੇ ਸਫਲ ਨੇ। ਤੇ ਬੇਨਤੀ ਕੀਤੀ ਸੀ, ਬਹੁਤਾ ਨਹੀਂ, ਕਮ ਸੇ ਕਮ ਜਪਜੀ ਸਾਹਿਬ ਦੀ ਬਾਣੀ ਹੋਈ ਸਮਝ ਲਈਏ ਆਪਾਂ। ਕਮ ਸੇ ਕਮ ਜਪ ਦੀ ਬਾਣੀ ਜਪਜੀ ਸਾਹਿਬ ਦੀ ਇੱਕ ਇੱਕ ਪੌੜੀ ਹੋਈ ਨਹੀਂ ਸਮਝ ਲਈਏ ਆਪਾਂ। ਤੇ ਜੇ ਜਪਜੀ ਸਾਹਿਬ ਦੀ ਬਾਣੀ ਸਮਝ ਆ ਗਈ ਨਾ, ਤੇ ਸਾਡੇ ਪੁਰਬ ਮਨਾਏ ਤਾਂ ਵੀ ਸਫਲ ਨੇ। ਹੁਣ ਕੌਣ ਹੈ ਰੋਜ਼ ਜਿਹੜੇ ਪਾਠ ਕਰਕੇ ਬਾਣੀ ਨੂੰ ਸਮਝਦੇ ਆ? ਮਹਾਰਾਜ ਕਹਿੰਦੇ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਜਿਹਨੇ ਮੰਨ ਲਿਆ, ਮੰਨਿਆ ਕੀ ਹੈ? ਜਿਹਨੇ ਪਹਿਲਾਂ ਧਿਆਨ ਲਾ ਕੇ ਸੁਣਿਆ, ਕਿਉਂਕਿ ਜਿਹਨੇ ਸੁਣਿਆ ਹੀ ਨਹੀਂ ਉਹ ਮੰਨੇਗਾ ਕੀ? ਪਹਿਲਾਂ ਤਾਂ ਧਿਆਨ ਲਾ ਕੇ ਸੁਣ। ਜਦੋਂ ਤੂੰ ਧਿਆਨ ਲਾ ਕੇ ਸੁਣੇਗਾ, ਫਿਰ ਤੈਨੂੰ ਮੰਨਣ ਦੀ ਜਾਚ ਆਏਗੀ। ਜਿਸ ਦਿਨ ਮੰਨ ਕੇ ਤੁਰ ਪਏਗਾ ਨਾ, ਉਸ ਦਿਨ ਤੇਰੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਆਏਗੀ। ਉਸ ਦਿਨ ਪੱਤ ਨਾਲ, ਇੱਜ਼ਤ ਨਾਲ, ਸਤਿਕਾਰ ਨਾਲ ਤੂੰ ਆਪਣੇ ਘਰ ਵਿੱਚ ਜਾਏਗਾ। ਉਸ ਦਿਨ ਮਾਣ ਫਕਰ ਹੋਏਗਾ। ਉਸ ਦਿਨ ਤੇਰੇ ਜਾਣ ਤੇ ਰੋਣਾ ਨਹੀਂ ਹੋਏਗਾ।
ਕਬੀਰ ਸਾਹਿਬ ਨੇ ਗੱਲ ਕਲੀਅਰ ਕੀਤੀ ਹੈ। ਕਬੀਰ ਸਾਹਿਬ ਕਹਿੰਦੇ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਉਹ ਤਾਂ ਇੱਜ਼ਤ ਨਾਲ ਗਏ ਨੇ, ਉਹ ਤਾਂ ਆਪਣਾ ਖਜ਼ਾਨਾ ਨਾਲ ਲੈ ਕੇ ਖਾਲੀ ਹੋ ਕੇ ਥੋੜੀ ਗਏ ਨੇ, ਉਹ ਤੇ ਖਜ਼ਾਨਾ ਲੈ ਕੇ ਇੱਜ਼ਤ ਨਾਲ ਗਏ ਨੇ। ਉਹ ਤੇ ਆਪਣਾ ਲਾਹਾ ਖੱਟ ਕੇ ਲੈ ਕੇ ਗਏ ਨੇ। ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ। ਉਹ ਤਾਂ ਆਪਣਾ ਲਾਹਾ ਖੱਟ ਕੇ ਲੈ ਕੇ ਗਏ ਨੇ। ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਰੋਵੋ ਸਾਕਤ ਵਾਪੜੇ ਜੋ ਹਾਟੈ ਹਾਟ ਬਿਕਾਏ। ਉਸ ਮਨਮੁਖ ਲਈ ਰੋਵੋ ਜਿਹਨੇ ਉਹ ਗੁੜ ਮਾਇਆ ਰੂਪੀ ਗੁੜ ਵਿੱਚੋਂ ਜਿਹੜਾ ਨਿਕਲ ਹੀ ਨਹੀਂ ਸਕਿਆ, ਬਸ ਉਹਦੇ ਵਿੱਚ ਹੀ ਗਲਤਾਨ ਹੋ ਗਿਆ। ਉਹਦੇ ਵਾਸਤੇ ਰੋਵੋ ਵੀ ਇਹਦੀ ਹੁਣ ਜ਼ਿੰਦਗੀ ਦਾ ਕੀ ਹੋਏਗਾ, ਇਹਦੇ ਆਤਮਿਕ ਤਲ ਤੇ ਕੀ ਇਹਦਾ ਬਣੇਗਾ, ਉਹਦੇ ਲਈ ਰੋਵੋ। ਜਿਹੜਾ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰਕੇ ਜਾਂਦਾ ਹੈ ਉਹ ਜਨਮ ਸਵਾਰ ਕੇ ਜਾਂਦਾ ਹੈ। ਇਸ ਲਈ ਕਹਿ ਰਹੇ ਨੇ ਸਤਿਗੁਰੂ ਮਹਾਰਾਜ ਗੁਰਮੁਖਾਂ ਨੂੰ ਪੰਥ ਪ੍ਰਗਟਾ। ਗੁਰਮੁਖਾਂ ਜਿਹੜੇ ਗੁਰੂ ਦੇ ਸਨਮੁਖ ਹੋ ਗਏ, ਗੁਰੂ ਦੀ ਮੱਤ ਲੈਣ ਵਾਲੇ, ਗੁਰੂ ਦੀ ਸਿੱਖਿਆ ਤੇ ਚੱਲਣ ਜੋਗੇ ਹੋ ਗਏ, ਉਹਨਾਂ ਲਈ ਰਸਤਾ ਕਲੀਅਰ ਹੋ ਗਿਆ। ਦਰ ਠਾਕ ਨਾ ਕੋਈ ਪਾਏ। ਫਿਰ ਮਾਲਕ ਦੇ ਦਰ ਤੇ ਜਾਣ ਲੱਗਿਆਂ ਰਾਹ ਵਿੱਚ ਕੋਈ ਰੁਕਾਵਟ ਨਹੀਂ ਉਹਨਾਂ ਦੇ ਆਉਂਦੀ। ਹਰ ਨਾਮ ਸਲਾਹਣ ਨਾਮ ਮਨ ਨਾਮ ਰਹਿਣ ਲਿਵ ਲਾਏ। ਕਿਉਂਕਿ ਉਹ ਨਾਮ ਦੀ ਸਿਫਤੋ ਸਲਾਹ ਵਿੱਚ ਜੁੜੇ ਹੁੰਦੇ ਨੇ ਤੇ ਨਾਮ ਉਹਨਾਂ ਦੇ ਮਨ ਵਿੱਚ ਹੁੰਦਾ ਹੈ ਤੇ ਨਾਮ ਦੇ ਵਿੱਚ ਹੀ ਸੁਰਤ ਉਹਨਾਂ ਦੀ ਜਿਹੜੀ ਹੈ ਉਹ ਟਿਕੀ ਹੁੰਦੀ ਹੈ। ਉਹ ਨਾਮ ਰਹਿਣ ਲਿਵ ਲਾਏ। ਉਹ ਹਰ ਵੇਲੇ ਆਪਣੀ ਲਿਵ ਆਪਣੀ ਸੁਰਤ ਨੂੰ ਨਾਮ ਦੇ ਵਿੱਚ ਜੋੜ ਕੇ ਰੱਖਦੇ ਨੇ। ਅਨਹਦ ਧੁਨੀ ਦਰ ਵੱਜਦੇ। ਉਹਨਾਂ ਅੰਦਰ ਫਿਰ ਅਨਹਦ ਧੁਨੀਆਂ ਵੱਜਦੀਆਂ ਨੇ, ਅਨਹਦ ਨਾਦ ਉਹਨਾਂ ਅੰਦਰ ਵੱਜਦੇ ਨੇ। ਦਰ ਸੱਚੈ ਸ਼ੋਭਾ ਪਾਏ। ਉਹ ਫਿਰ ਮਾਲਕ ਦੇ ਦਰ ਤੇ ਸ਼ੋਭਾ ਪਾਉਂਦੇ ਆ। ਧਿਆਨ ਰੱਖਿਓ, ਹਜੇ ਤਾਂ ਕੰਨ ਬਾਹਰ ਦੀਆਂ ਆਵਾਜ਼ਾਂ ਸੁਣਦੇ ਆ। ਪਾਠ ਮੇਰੇ ਵਰਗਾ ਕਰ ਰਿਹਾ ਹੋਵੇ, ਕਿਸੇ ਦੀ ਕੀ ਗੱਲ ਕਰਨੀ। ਮੇਰੇ ਵਰਗਾ ਗੁਟਕਾ ਸਾਹਿਬ ਲੈ ਕੇ ਪਾਠ ਕਰ ਰਿਹਾ, ਆਸੇ ਪਾਸੇ ਗੱਲਾਂ ਹੋ ਰਹੀਆਂ ਨੇ, ਕੰਨ ਉਸ ਪਾਸੇ ਨੇ ਕਿ ਉਹ ਕੀ ਕਹਿ ਰਿਹਾ, ਫਲਾਣਾ ਕੀ ਕਹਿ ਰਿਹਾ, ਫਲਾਣਾ ਕੀ ਕਹਿ ਰਿਹਾ। ਪੜ੍ਹ ਗੁਰਬਾਣੀ ਰਿਹਾ ਤੇ ਕੰਨ ਉਸ ਪਾਸੇ ਨੇ। ਪਰ ਜਿਹਦੇ ਅੰਦਰ ਅਨਹਦ ਧੁਨੀ ਵੱਜੇਗੀ ਨਾ, ਉਹ ਅੰਦਰ ਦੀ ਆਵਾਜ਼ ਵਿੱਚ ਮਸਤ ਹੋ ਜਾਂਦਾ ਹੈ। ਉਹ ਫਿਰ ਬਾਹਰ ਦੀਆਂ ਆਵਾਜ਼ਾਂ ਨਹੀਂ ਸੁਣਦਾ। ਉਹ ਫਿਰ ਬਾਹਰ ਉਹਦਾ ਕੰਨ ਧਿਆਨ ਹੋਰ ਪਾਸੇ ਨਹੀਂ ਜਾਂਦਾ। ਕਿਉਂਕਿ ਕੀ ਹੁੰਦਾ ਹੈ, ਅਨਹਦ ਧੁਨੀ ਦਰ ਵੱਜਦੇ। ਉਹਦੇ ਅੰਦਰ ਅਨਹਦ ਧੁਨੀਆਂ ਵੱਜਦੀਆਂ ਨੇ। ਫਿਰ ਧਿਆਨ ਬਾਹਰ ਜਾਂਦਾ ਹੀ ਨਹੀਂ, ਕੰਨ ਬਾਹਰ ਦੀਆਂ ਆਵਾਜ਼ਾਂ ਸੁਣਦਾ ਹੀ ਨਹੀਂ ਹੈ। ਇਹੋ ਜਿਹੇ ਫਿਰ ਦਰ ਸੱਚੇ ਸ਼ੋਭਾ ਪਾਏ। ਮਾਲਕ ਦੇ ਦਰ ਤੇ ਸ਼ੋਭਾ ਪਾਉਂਦੇ ਹਨ। ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾ ਸਭ ਕੋ ਕਹੈ ਸ਼ਾਬਾਸ। ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ। ਨਾਨਕ ਭਾਗ ਵੱਡੇ ਤਿਨਾ ਗੁਰਮੁਖਾ ਜਿਨ ਅੰਤਰ ਨਾਮ ਪ੍ਰਗਾਸ। ਹੁਣ ਇਸ ਸ਼ਬਦ ਵਿੱਚ ਰਹਾਉ ਵਾਲੀ ਪੰਕਤੀ ਵੀ ਸਮਝ ਲਈ। ਪਹਿਲਾ ਪਦਾ ਵੀ ਸਮਝਿਆ, ਦੂਜਾ ਵੀ ਸਮਝਿਆ, ਤੀਸਰਾ ਵੀ ਸਮਝਿਆ। ਹੁਣ ਜੇ ਸਮਝ ਲਿਆ ਤੇ ਕਿੱਥੇ ਪਹੁੰਚ ਗਏ ਆਪਾਂ? ਹੁਣ ਇੱਥੇ ਪਹੁੰਚ ਗਏ ਵੀ ਜਿਨੀ ਗੁਰਮੁਖ ਨਾਮ ਸਲਾਹਿਆ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਨਾਮ ਦੀ ਸਿਫਤੋ ਸਲਾਹ ਵਿੱਚ ਜੁੜਨਾ ਕੀਤਾ, ਤਿੰਨਾਂ ਸਭ ਕੋ ਕਹੈ ਸ਼ਾਬਾਸ਼। ਉਹਨਾਂ ਸਾਰਿਆਂ ਨੂੰ ਸ਼ਾਬਾਸ਼ੀ ਹੈ। ਧੰਨ 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 ਹੈ ਉਹ ਜਿਹੜੇ ਮਾਇਆ ਦੇ ਮੋਹ ਵਿੱਚੋਂ ਨਿਕਲ ਕੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਨਾਮ ਦੀ ਸਿਫਤੋ ਸਲਾਹ ਵਿੱਚ ਜੁੜ ਗਏ। ਹੁਣ ਕੀ ਕਰੀਏ? ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ। ਜਾਚਕ ਮੰਗਤਾ, ਮੈਂ ਤੁਹਾਡੇ ਦਰ ਤੇ ਮੰਗਤਾ ਬਣ ਕੇ ਖਲੋਤਾ। ਮੈਨੂੰ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਦੇ ਦਿਓ। ਇਹਨੂੰ ਸੰਗਤ ਦਾ ਅਰਥ ਹੈ ਮੈਨੂੰ ਉਹਨਾਂ ਦੀ ਧੂੜੀ ਦੇ ਦਿਓ। ਮੈਂ ਆਹ ਸੁੱਖ ਮੰਗਦਾ ਹਾਂ। ਨਾਨਕ ਦਾਸ ਇਹ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਕਹਿੰਦੇ ਨੇ ਉਹਨਾਂ ਦੀ ਤਿੰਨ ਕੀ ਸੰਗਤ ਦੇ ਪ੍ਰਭ। हे ਪ੍ਰਭ ਜੀ, ਮੈਨੂੰ ਵੀ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਦੇ ਦਿਓ। ਮੈਂ ਮੰਗਤਾ ਬਣ ਕੇ ਤੁਹਾਡੇ ਦਰ ਤੇ ਅਰਦਾਸ ਕਰਕੇ ਮੰਗ ਰਿਹਾ।
गुर सिखा की हर धूड़ दे, पापी भी गत पाए। मेरे वर्गे पापी दा भी किते उधार हो जाए, मैं मंगता बन के मंगदा। क्योंकि नानक गुरु रामदास जी कहते हैं, भाग वड्डे तिन्ना गुरमुखां, जिन्हां दी संगत मंग रहे हैं ना मंगते बन के वाहिगुरु जी दे दर ते, क्योंकि उन्हां दे भाग सब तों वड्डे ने उन्हां गुरमुखां दे, जिन अंतर नाम प्रगास, जिहदे अंदर नाम दा चानण, नाम दा प्रकाश हो गया। और जिहड़ा माया दे मोह विचों दी निकल के जिन्हें अपना साथी अपना बेली परमेश्वर नूं बना के उहदे नाम दा आसरा ले लिया, असीं उहदी संगत मंगनी है मंगते बन के, ताकि उन्हां दा संग करदिआं सानू भी किते इस माया दे मोह विचों निकलना आ जाए, ते परमेश्वर दे नाम दे रंग दे विच सानू भी किते रंगना आ जाए। ये दात असी मालिक दे दर तो मंगनी है। अंतरजामी पुरख विधाते शरदा मन की पूरे, नानक दास यह सुख मांगै मोको, कर संतन की धूरे। असी ये दात वाहिगुरु जी दे दर ते आके किद्दां मंगनी है? ज्ञान ध्यान किछ कर्म ना जाना, नाहिन निर्मल करनी, साध संगत कै अंचल लावो, बिखम नदी जाहे तरनी। ते जदों गुरमुखां दी संगत मिल जाए, मंगते बन के पहला मंगना है, जदों ये दात मिल जाए फिर गुरमुखां दी संगत विच रल के की मंगना है? अपना नाम देहो, अपना नाम देहो, विसर नाही दातार, विसर नाही दातार। अपना नाम देहो, अपना नाम देहो, गुण गावा दिन रात, गुण गावा दिन रात। नानक चाओए हो, नानक चाओए हो, अपना नाम देहो, अपना नाम देहो। गुरु पातशाह किरपा करन, सबना ते अपनी रहमत वरताउण। ऐसे गुरमुखां दी संगत विच आके असी नाम दे रंग विच रंग सकीए, ये दात मंगनी है। गुरु रामदास महाराज जी किरपा करन, अज दी विचार करदियां बेअंत भुल्लां होईयां बख्श देण, अगे तो मेहर दा हथ रखण, सबना नूं चढ़दी कला वाला जीवन बख्शण, ताकि लोक सुखीए और लोक सुहेले। नानक हर प्रभ आपे मिले जीवन बन सके। धन गुरु रामदास पातशाह दे पावन बचन अपने हृदय अंदर वसा लईए जी। जिन्नी गुरमुख नाम सलाहिया, तिना सब को कह शाबास। तिन की संगत देह प्रभ, मैं जाचक की अरदास। नानक भाग वड्डे तिना गुरमुखा, जिन अंतर नाम प्रगास। वाहिगुरु जी का खालसा, वाहिगुरु जी की फतेह।